ਹੈਲੋ ਫਰੈਂਡਸ, ਆਗਾਜ਼ ਦਾ ਰਿਵਾਈਵਲ ਵਿਦ ਦੀਪਸ਼ਿਖਾ ਬਰਾੜ ਵਿੱਚ ਮੈਂ ਪੋਡਕਾਸਟ ਦੇ ਪਹਿਲੇ ਐਪੀਸੋਡ ਵਿੱਚ ਤੁਹਾਡਾ ਇਸਤਕਬਾਲ ਕਰਦੀ ਹਾਂ। ਵਾਅਦੇ ਦੇ ਮੁਤਾਬਿਕ ਹਾਜ਼ਰ ਹਾਂ ਜੀ। ਦੋਸਤੋ, ਅੱਜ ਇੰਡੀਆ ਦੇ ਕਿਸਾਨਾਂ ਨੂੰ ਤਕਰੀਬਨ 4.5 ਮਹੀਨੇ ਹੋ ਗਏ ਨੇ ਇਨ੍ਹਾਂ ਫਾਰਮ ਬਿਲਸ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ। ਪ੍ਰਦਰਸ਼ਨ ਕੀਤੇ, ਘਿਰਾਓ ਕੀਤੇ, ਧਰਨੇ ਦਿੱਤੇ, ਰਸਤੇ ਰੋਕੇ, ਭਾਰਤੀ ਸੰਵਿਧਾਨ ਦੀ ਹੱਦ ਦੇ ਅੰਦਰ ਰਹਿੰਦਿਆਂ ਕਿਸਾਨਾਂ ਦੀ ਆਪਣੀ ਆਵਾਜ਼ ਸਰਕਾਰੀ ਦਰਬਾਰੇ ਪਹੁੰਚਾਉਣ ਦੀ ਅਣਥੱਕ ਕੋਸ਼ਿਸ਼ ਅਜੇ ਤੱਕ ਜਾਰੀ ਹੈ। ਹੁਣ ਤੱਕ 30 ਕਿਸਾਨ ਮਰ ਚੁੱਕੇ ਨੇ। ਇੱਕ ਆਤਮਘਾਤ ਹੋ ਚੁੱਕਿਆ ਇਸ ਹੱਠ ਧਰਮੀ ਸਰਕਾਰ ਦੇ ਸਿਰ ਚੜ੍ਹ ਕੇ। ਤੇ ਅੱਜ ਤਕਰੀਬਨ 28 ਦਿਨ ਹੋ ਗਏ ਨੇ ਕੜਾਕੇ ਦੀ ਠੰਡ ਵਿੱਚ ਕਿਸਾਨਾਂ ਨੂੰ ਦਿੱਲੀ ਵਿੱਚ ਪ੍ਰਦਰਸ਼ਨ ਕਰਦਿਆਂ। ਤੇ ਇਹ ਹੁਣ ਮਹਿਜ਼ ਇੰਡੀਆ ਦਾ ਮਸਲਾ ਨਹੀਂ ਰਿਹਾ। ਇਟਸ ਅ ਵਰਲਡਸ ਹੌਟ ਟੌਪਿਕ ਦੈਟ ਨੀਡ ਐਵਰੀਬਡੀਜ਼ ਅਟੈਂਸ਼ਨ ਨਾਓ ਕਿ ਅਜੇ ਤੱਕ ਇਹੋ ਜਿਹੀ ਯੂਨਿਟੀ ਵਾਲਾ ਆਰਗੇਨਾਈਜ਼ਡ ਪ੍ਰਦਰਸ਼ਨ ਕਦੇ ਨਹੀਂ ਹੋਇਆ। ਐਂਡ ਦਿਸ ਇਜ਼ ਕ੍ਰੀਏਟਿੰਗ ਅ ਨਿਊ ਚੈਪਟਰ ਇਨ ਦ ਬੁੱਕ ਆਫ ਹਿਸਟਰੀ। ਪੰਜਾਬੀ ਕਲਾਕਾਰਾਂ ਦਾ ਸਾਥ ਮਿਲਿਆ ਕਿਸਾਨਾਂ ਨੂੰ। ਅਣਗਿਣਤ ਕਲਾਕਾਰਾਂ ਨੇ, ਖਿਡਾਰੀਆਂ ਨੇ ਤੇ ਕਈ ਸਰਕਾਰੀ ਅਹੁਦੇਦਾਰਾਂ ਨੇ ਆਪਣੇ ਸਰਕਾਰੀ ਅਵਾਰਡ ਵਾਪਸ ਕੀਤੇ। ਪਰ ਸਰਕਾਰ ਜਿਵੇਂ ਅੱਖੋਂ ਅੰਨੀ ਤੇ ਕੰਨੋਂ ਬੋਲੀ ਹੋਈ ਬੈਠੀ ਹੈ। ਮੈਨੂੰ ਨਵਤੇਜ ਭਾਰਤੀ ਹੋਰਾਂ ਦੀ ਕਲਮ ਦੇ ਇਹ ਸ਼ਬਦ ਯਾਦ ਆ ਰਹੇ ਨੇ ਕਿ ਜੇ ਤੁਸੀਂ ਕਦੇ ਮਿੱਟੀ ਸੁੰਘ ਕੇ ਦੇਖੀ ਹੁੰਦੀ, ਜੇ ਤੁਸੀਂ ਕਦੇ ਮਿੱਟੀ ਸੁੰਘ ਕੇ ਵੇਖੀ ਹੁੰਦੀ ਤਾਂ ਸਾਡੇ ਨਾਲ ਇਉਂ ਨਾ ਕਰਦੇ। ਦੋਸਤੋ, ਤੁਸੀਂ ਇਹ ਪੋਡਕਾਸਟ YouTube, Spotify, Anchor, Apple Podcast ਤੇ Pocket Cast ਤੇ ਸੁਣ ਸਕਦੇ ਹੋ। ਸਬਸਕ੍ਰਾਈਬ ਆਗਾਜ਼ ਦ ਰਿਵਾਈਵਲ ਵਿਦ ਦੀਪਸ਼ਿਖਾ ਬਰਾੜ ਐਂਡ ਇੰਜੋਏ ਦ ਸ਼ੋ। ਅੱਜ ਮੇਰੇ ਨਾਲ ਆਗਾਜ਼ ਦਾ ਰਿਵਾਈਵਲ ਵਿਦ ਦੀਪਸ਼ਿਖਾ ਬਰਾੜ ਦੇ ਪਹਿਲੇ ਐਪੀਸੋਡ ਵਿੱਚ ਫਾਰਮਰਸ ਬਿਲ ਤੇ ਸਿੱਧੀ ਦੇਸੀ ਭਾਸ਼ਾ 'ਚ ਗੱਲਬਾਤ ਲਈ ਇੱਕ ਅਜਿਹੀ ਸ਼ਖਸੀਅਤ ਸ਼ਾਮਿਲ ਹੈ ਜੋ ਪੰਜਾਬ ਦੇ ਕਿਸਾਨ ਦਾ ਪੁੱਤ ਹੈ। ਉਹਦਾ ਰਾਜਨੀਤੀ ਦੇ ਨਾਲ ਕੋਈ ਸਰੋਕਾਰ ਨਹੀਂ। ਇਹ ਮੈਂ ਗੱਲ ਅੰਡਰਲਾਈਨ ਕਰਕੇ ਕਹਿਣਾ ਚਾਹੁੰਦੀ ਹਾਂ। ਆਪਣੀ ਕਲਮ ਦੇ ਨਾਲ ਸੂਖਮ ਭਾਵਨਾਵਾਂ ਦੇ ਨਾਲ ਸਮਾਜਿਕ ਵਿਤਕਰੇ ਤੇ ਇਹ ਕਲਮ ਜਦ ਰੋਹ ਪ੍ਰਗਟਾਉਂਦੀ ਹੈ ਤਾਂ ਪੜ੍ਹਨ ਵਾਲੇ ਦੇ ਰੌਂਗਟੇ ਖੜੇ ਹੋ ਜਾਂਦੇ ਨੇ। ਮੇਰੇ ਸ਼ਹਿਰ ਬਠਿੰਡੇ ਦੇ ਵਸਨੀਕ ਨੇ, ਗੀਤਕਾਰ, ਸਕਰੀਨ ਰਾਈਟਰ, ਫਿਲਮ ਡਾਇਰੈਕਟਰ ਤੇ ਹੁਣ ਕਈ ਸਾਲਾਂ ਤੋਂ ਮੁੰਬਈ ਵਿੱਚ ਸ਼ਿਫਟ ਹੋ ਗਏ ਨੇ। ਪਰ ਜਿਵੇਂ ਕਹਿੰਦੇ ਨੇ ਨਾ ਕਿ ਆਦਮੀ ਨੂੰ ਓਪਰਚੁਨਿਟੀਜ਼ ਦੁਨੀਆ ਦੇ ਕਿਸੇ ਵੀ ਕੋਨੇ ਤੇ ਲੈ ਜਾਣ, ਪਰ ਉਹ ਆਪਣੀ ਜਨਮ ਭੂਮੀ ਦੀ ਮਿੱਟੀ ਦੇ ਨਾਲ ਹਮੇਸ਼ਾ ਜੁੜਿਆ ਰਹਿੰਦਾ ਹੈ। ਸੋ ਕਿਸਾਨ ਦੇ ਇਸ ਪ੍ਰੋਟੈਸਟ ਨੇ ਉਹਨਾਂ ਦੀ ਕਲਮ ਨੂੰ ਰੋਸ ਤੇ ਰੋਹ ਦੇ ਨਾਲ ਭਰ ਦਿੱਤਾ ਤੇ ਉਹਨਾਂ ਦੀ ਕਲਮ ਕਹਿੰਦੀ ਹੈ, ਸ਼ਹਾਦਤਾਂ ਦਾ ਗੁੰਬਦ ਉੱਚਾ ਹੁੰਦਾ ਜਾ ਰਿਹਾ ਹੈ, ਰਾਜੇ ਦਾ ਮਹਿਲ ਨੀਵਾਂ ਹੁੰਦਾ ਜਾ ਰਿਹਾ ਹੈ, ਸ਼ਹਾਦਤਾਂ ਦਾ ਇੱਕ ਦਿਨ ਤਖਤ ਹੋਵੇਗਾ ਤੇ ਰਾਜੇ ਦੇ ਮਹਿਲ ਇੱਕ ਦਿਨ ਖੰਡਰ ਹੋਣਗੇ। ਮੇਰੀ ਮੁਰਾਦ ਹੈ ਨਨ ਅਦਰ ਦੈਨ ਅਮਰਦੀਪ ਸਿੰਘ ਗਿੱਲ। ਗਿੱਲ ਸਾਹਿਬ, ਤੁਹਾਨੂੰ ਪੋਡਕਾਸਟ ਦੇ ਪਲੇਠੇ ਐਪੀਸੋਡ ਵਿੱਚ ਖੁਸ਼ ਆਮਦੀਦ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ ਤੁਹਾਡੀ ਭੈਣ ਜੀ, ਜਿਹੜਾ ਤੁਸੀਂ ਮੇਰੇ ਨਾਲ ਗੱਲ ਕਰਨ ਦੇ ਲਈ ਸਮਾਂ ਕੱਢਿਆ ਜਾਂ ਮੈਨੂੰ ਚੁਣਿਆ ਇਸ ਗੱਲ ਕਰਨ ਦੇ ਲਈ। ਬਹੁਤ ਮਿਹਰਬਾਨੀ। ਅਮਰਦੀਪ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਦੇਸੀ ਤੇ ਸਿੱਧੀ ਭਾਸ਼ਾ 'ਚ ਪੁੱਛਣਾ ਚਾਹੁੰਦੀ ਹਾਂ ਕਿ ਇਹ ਫਾਰਮਰ ਬਿੱਲ ਕੀ ਨੇ? ਜਿਹੜੇ 3 ਫਾਰਮਰ ਬਿੱਲ ਦਾ ਇੰਨਾ ਰੌਲਾ ਪਿਆ, ਇਹ ਅਸਲ ਵਿੱਚ ਕੀ ਨੇ? ਇਹ ਅਸਲ ਦੇ ਵਿੱਚ ਜਿਹੜਾ ਹੈਗਾ ਕਿ ਜਿਹੜਾ ਖੇਤੀ ਸੈਕਟਰ ਆ, ਜਿਹਨੂੰ ਆਪਾਂ ਕਹਿੰਦੇ ਆ ਕਿ ਉਹ ਸਟੇਟਾਂ ਜਾਂ ਜਿੱਥੇ ਖੇਤੀ ਹੁੰਦੀ ਹੈ ਜਾਂ ਜਿਹੜੇ ਖੇਤੀ ਪ੍ਰਧਾਨ ਦੇਸ਼ ਨੇ ਜਾਂ ਜਿਹੜੇ ਲੋਕ ਖੇਤੀ ਨਾਲ ਜੁੜੇ ਹੋਏ ਨੇ, ਉਹਨਾਂ ਉੱਤੇ ਜਿਹੜਾ ਹੈ ਉਦਯੋਗਿਕ ਘਰਾਣਿਆਂ ਦਾ ਗਲਬਾ ਪਾਉਣਾ ਇਹਦਾ ਮੁੱਖ ਜਿਹੜਾ ਹੈਗਾ ਮਕਸਦ ਹੈ। ਖੇਤੀ ਨੂੰ ਇੱਕ ਇਹੋ ਜਿਹੀ ਵਸਤ ਬਣਾ ਦੇਣਾ। ਬੇਸ਼ੱਕ ਜਿਹੜੇ ਕਾਰਖਾਨੇ ਹੁੰਦੇ ਨੇ ਜਾਂ ਉਦਯੋਗ ਹੁੰਦੇ ਨੇ, ਉਹਨਾਂ ਦੇ ਲਈ ਕੱਚਾ ਮਾਲ ਹੈ ਜਿਹੜਾ ਉਹ ਸਾਡੇ ਖੇਤਾਂ 'ਚ ਹੀ ਤਿਆਰ ਹੁੰਦਾ ਹੈ। ਬਹੁਤ ਸਾਰੀਆਂ ਇਹੋ ਜਿਹੀਆਂ ਵੰਨਗੀਆਂ ਹੁੰਦੀਆਂ ਨੇ, ਪਰ ਪੂਰਨ ਤੌਰ ਤੇ ਸਾਡੇ ਖੇਤਾਂ ਨੂੰ, ਸਾਡੀਆਂ ਜ਼ਮੀਨਾਂ ਨੂੰ ਕਿਸੇ ਉਦਯੋਗਿਕ ਘਰਾਣੇ ਦੇ ਕਿੱਲੇ ਨਾਲ ਬੰਨ ਦੇਣ ਦੀ ਇੱਕ ਜਿਹੜੀ ਹੈਗੀ ਆ ਉਹ ਇੱਕ ਸਾਜ਼ਿਸ਼ ਹੈ ਇਹ।
ਇਹਦੇ ਵਿੱਚ ਜਿਹੜਾ ਕਿਸਾਨ ਹੈ ਵਰਸਸ ਕਾਰਪੋਰੇਟ ਘਰਾਣੇ, ਇਹ ਇੱਕ ਇਸ ਕਿਸਮ ਦੀ ਗੱਲ ਹੈ ਕਿ ਜ਼ਮੀਨ ਹੈ ਜਿਹੜੀ ਤੁਹਾਡੀ, ਉਹਦੇ ਤੇ ਤੁਸੀਂ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਪਾਓਗੇ। MSP ਜਿਹਨੂੰ ਆਪਾਂ ਕਹਿੰਦੇ ਆ, ਫਸਲਾਂ ਜਦੋਂ ਅਸੀਂ ਵੇਚਣ ਜਾਂਦੇ ਆ ਤਾਂ ਇੱਕ ਹੁੰਦਾ ਮਿਨੀਮਮ ਸਪੋਰਟ ਪ੍ਰਾਈਜ਼, ਕਿ ਘੱਟ ਤੋਂ ਘੱਟ ਇੰਨਾ ਤਾਂ ਸਾਨੂੰ ਤੁਸੀਂ ਸਾਡੀ ਫਸਲ ਦਾ ਜਿਹੜਾ ਹੈ ਮੁੱਲ ਦਿਓ। ਇਹ ਵੀ ਸਾਡੇ ਹੱਥ 'ਚ ਨਹੀਂ, ਸਾਡੇ ਕਿਸਾਨ ਦੇ ਹੱਥ 'ਚ ਨਹੀਂ। ਜਿਹੜੇ ਸਾਡੇ ਆੜਤੀਏ ਨੇ, ਜਿਨ੍ਹਾਂ ਨੂੰ ਅਸੀਂ ਦੇਸ਼ ਸਾਰੇ, ਜਿੱਦਾਂ ਆਪਾਂ ਗੱਲ ਹੀ ਕੀਤੀ ਹੈ ਕਿ ਦੇਸੀ ਭਾਸ਼ਾ ਦੇ ਵਿੱਚ ਆਪਾਂ ਗੱਲ ਕਰਨੀ ਆ, ਤਾਂ ਸਾਡੇ ਆੜਤੀਏ ਤੇ ਕਿਸਾਨ ਦਾ ਇੱਕ ਰਿਸ਼ਤਾ ਹੈ ਜਿਹੜਾ, ਜਦੋਂ ਅਕਸਰ ਤੁਸੀਂ ਸੁਣਿਆ ਹੋਊਗਾ ਕਿਸਾਨ ਆਪਣੇ ਜਿਹੜੀਆਂ ਇੰਟਰਵਿਊ ਦਿੰਦੇ ਆ ਉਹਨਾਂ ਦੇ ਵਿੱਚ, ਕਿਸਾਨ ਅੰਦੋਲਨ ਦੇ ਵਿੱਚ ਵੀ ਵਾਰ-ਵਾਰ ਇਹ ਕਹਿੰਦੇ ਨੇ ਕਿ ਆੜਤੀਏ ਨਾਲ ਸਾਡਾ 9 ਮਾਸ ਦਾ ਰਿਸ਼ਤਾ, ਅਸੀਂ ਰਾਤ ਬਰਾਤ ਤੇ ਜਦੋਂ ਵੀ ਸਾਨੂੰ ਕੰਮ ਹੁੰਦਾ, ਕੋਈ ਪੈਸੇ ਦੀ ਜ਼ਰੂਰਤ ਹੁੰਦੀ ਆ, ਤਾਂ ਅਸੀਂ ਆੜਤੀਏ ਤੋਂ ਫੜ ਲੈਂਦੇ ਹਾਂ। ਇਹਨਾਂ ਨੂੰ ਵੀ ਖਤਮ ਕਰਨਾ ਹੈ। ਸਿੱਧਾ ਜਿਹੜਾ ਇੱਕ ਬਾਜ਼ਾਰਵਾਦ ਹੈ, ਬਹੁਤ ਵਿਕਰਾਲ ਰੂਪ ਦੇ ਵਿੱਚ, ਬਹੁਤ ਵੱਡਾ, ਉਹਦੇ ਨਾਲ ਜੋੜਨਾ। ਔਰ ਉਹ ਇੰਨੀ ਜ਼ਿਆਦਾ ਖਤਰਨਾਕ ਗੱਲ ਹੈ ਕਿ ਇੱਕ ਪਾਸੇ ਇੰਨੇ ਵੱਡੇ ਪਲੇਅਰ, ਇੰਨੇ ਵੱਡੇ ਉਦਯੋਗਪਤੀ ਨੇ, ਦੂਜੇ ਪਾਸੇ ਛੋਟੇ ਛੋਟੇ ਕਿਸਾਨ ਨੇ। ਪਹਿਲਾਂ ਜੋ ਸਰਕਾਰ ਕਰ ਰਹੀ ਹੈ ਉਹ ਬਹੁਤ ਜਿਹਨੂੰ ਕਹਿੰਦੇ ਹੁੰਦੇ ਆ ਕਿ ਲੁਭਾਉਣੇ ਤਰੀਕੇ ਨਾਲ ਦੱਸ ਰਹੀ ਹੈ। ਪਹਿਲਾਂ ਉਹਨੇ ਇੱਕਦਮ ਸਾਡੇ ਤੇ ਇਹ ਥੋਪਣੇ ਚਾਹੇ, ਪਰ ਜਦੋਂ ਉਹਨੂੰ ਲੱਗਿਆ ਕਿ ਇਹ ਤਾਂ ਉੱਠ ਖੜੇ ਹੋਏ ਨੇ ਕਿਸਾਨ, ਇਹਨੂੰ ਮੰਨ ਨਹੀਂ ਰਹੇ, ਫਿਰ ਉਹਨੂੰ ਲੁਭਾਉਣੇ ਤਰੀਕੇ ਨਾਲ ਦੱਸਣ ਲੱਗ ਪਈ। ਉਹਦੇ ਵਿੱਚ ਵੀ ਜਿਹੜੀਆਂ ਗੱਲਾਂ ਨੇ ਉਹ ਵੀ ਇੱਕ ਲੁਭਾਉਣੇ ਤਰੀਕੇ ਨਾਲ ਕੀਤੀਆਂ ਗਈਆਂ ਨੇ ਜੀ। ਦੇਖੋ ਇਹੋ ਜਿਹੀਆਂ ਉਦਾਹਰਨਾਂ ਦਿੰਦੇ ਨੇ ਜੀ, ਦੇਖੋ ਜਿਸ ਤਰ੍ਹਾਂ ਤੁਹਾਡੇ ਪਸ਼ੂ ਦਾ ਅਸੀਂ ਦੁੱਧ ਲੈ ਕੇ ਜਾਂਦੇ ਆ ਡੈਰੀ ਵਾਲੇ, ਇਹਦਾ ਮਤਲਬ ਇਹ ਥੋੜੀ ਹੈ ਕਿ ਤੁਹਾਡੀ ਗਾਂ ਦਾ ਅਸੀਂ ਦੁੱਧ ਖਰੀਦਣਾ ਉਹਨੇ, ਇਹਦਾ ਮਤਲਬ ਇਹ ਥੋੜੀ ਹੈ ਕਿ ਤੁਹਾਡੀ ਗਾਂ ਲੈ ਜਾਾਂਗੇ। ਪਰ ਅਸਲ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਸਾਡੀ ਗਾਂ ਜਾਂ ਸਾਡਾ ਪਸ਼ੂ ਜਾਂ ਸਾਡੀ ਜ਼ਮੀਨ ਨੂੰ ਲੈ ਕੇ ਜਾਣ ਦੀਆਂ ਹੀ ਨੇ, ਸਿੱਧੇ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ। ਤੇ ਸਾਡੀ ਜ਼ਮੀਨ ਤੇ ਇੱਕ ਦਿਨ ਕਿਸਾਨ ਆਪਣੀ ਜ਼ਮੀਨ ਤੇ ਇੱਕ ਦਿਨ ਮਜ਼ਦੂਰ ਬਣ ਕੇ ਰਹਿ ਜਾਊਗਾ। ਜਿਸ ਤਰ੍ਹਾਂ ਇਹੀ ਇਸ ਕਿਸਮ ਦੇ ਹੀ ਖੇਤੀ ਬਿੱਲ ਪਹਿਲਾਂ ਬਿਹਾਰ ਦੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ, ਉੱਥੇ ਉਹ ਬਹੁਤ ਬੁਰੀ ਤਰ੍ਹਾਂ ਅਸਫਲ ਰਹੇ। ਔਰ ਇਸ ਕਿਸਮ ਦੀ ਇੱਕ ਬਦਲਵਾਂ ਰੂਪ ਉਹ ਸੀਗਾ ਕਿ ਜਦੋਂ ਮੁਜ਼ਾਹਰਾ ਮੂਵਮੈਂਟ ਸੀਗੀ, ਕਿਸਾਨ ਜ਼ਮੀਨਾਂ ਵਾਹੁੰਦੇ ਸੀ, ਸਿਰਫ ਉਹਨਾਂ ਦੀ ਜਿਹੜੀ ਮਾਲਕੀ ਹੁੰਦੀ ਸੀ ਉਹ ਇੱਕ ਬੰਦੇ ਕੋਲੇ ਹੁੰਦੀ ਸੀ, ਜਿਹਨੂੰ ਪਿੰਡ ਦੇ ਵਿੱਚ ਸਰਦਾਰ ਕਹਿੰਦੇ ਹੁੰਦੇ ਸੀ। ਸਾਡੇ ਮਾਲਵੇ ਦੇ ਵਿੱਚ ਜਦੋਂ ਪੈਪਸੂ ਮੂਵਮੈਂਟ ਚੱਲੀ ਹੈ, ਜਦੋਂ ਪਟਿਆਲਾ ਰਿਆਸਤ ਹੁੰਦੀ ਸੀ, ਉਸ ਸਮੇਂ ਇੱਕ ਬਹੁਤ ਵੱਡਾ ਘੋਲ ਲੜਿਆ ਗਿਆ ਸੀ 1950, 52, 54 ਇਸ ਟਾਈਮ ਦੇ ਵਿੱਚ। ਔਰ ਮੇਰੇ ਬਾਪੂ ਜੀ ਉਸ ਵਕਤ ਉਸ ਘੋਲ ਦਾ ਹਿੱਸਾ ਸਨ। ਇਸ ਕਰਕੇ ਮੈਂ ਜਦੋਂ ਹੁਣ ਇਹਨਾਂ ਬਿੱਲਾਂ ਬਾਰੇ ਜਾਂ ਇਸ ਕਿਸਾਨ ਸੰਘਰਸ਼ ਬਾਰੇ ਦੇਖਦਾ ਜਾਂ ਪੜ੍ਹਦਾ ਜਾਂ ਜਾਣਨ ਦੀ ਕੋਸ਼ਿਸ਼ ਕਰਦਾ, ਤਾਂ ਮੈਨੂੰ ਲੱਗਦਾ ਕਿ ਉਸ ਵਕਤ ਇੱਕ ਮੁਜ਼ਾਹਰਾ ਲਹਿਰ ਸੀ ਜਿਹੜੀ ਲੜੀ ਗਈ। ਬਹੁਤ ਵੱਡੇ ਵੱਡੇ ਸਾਡੇ ਕਿਸਾਨ ਲੀਡਰ ਸੀਗੇ, ਬਾਬਾ ਜਗੀਰ ਸਿੰਘ ਜੋਗਾ, ਬਾਬਾ ਧਰਮ ਸਿੰਘ ਫੱਕਰ, ਹਨਾ, ਉਹ ਸਾਰੇ ਜਿਹੜੇ ਤੇਜਾ ਸਿੰਘ ਸੁਤੰਤਰ, ਇਹਨਾਂ ਨੇ ਜਿਹੜੀ ਉਹ ਲੜੀ ਸੀ ਉਹ ਇਹ ਸੀ ਕਿ ਜ਼ਮੀਨ ਉਹਦੀ ਹੋਊਗੀ ਜਿਹੜਾ ਉਹਦੇ ਵਿੱਚ ਹਲ ਵਾਹੁੰਦਾ। ਤੇ ਉਹ ਆਖਰਕਾਰ ਘੋਲ ਜਿੱਤਿਆ ਗਿਆ। ਉਹ ਜਿਹੜੀ ਜਗੀਰੂ ਸਿਸਟਮ ਸੀਗਾ, ਉਹ ਫਿਊਡਲਿਜ਼ਮ ਦਾ ਜਿਹੜਾ ਸਿਸਟਮ ਸੀਗਾ ਕਿ ਸਾਰੇ ਪਿੰਡ ਦੀ ਜ਼ਮੀਨ ਇੱਕ ਘਰ, ਉਹਦਾ ਮਾਲਕ, ਉਹਨੂੰ ਸਰਦਾਰ ਕਹਿੰਦੇ ਸੀ, ਹਨਾ, ਉਹ ਰਾਜੇ ਦਾ ਬੰਦਾ ਹੁੰਦਾ ਸੀ, ਪਟਿਆਲਾ ਮਹਾਰਾਜਾ ਦੇ ਜਿਹੜੇ ਮਤਲਬ ਚੁਣੇ ਵੇ ਜਾਂ ਉਹਨਾਂ ਦੇ ਥੋਪੇ ਵੇ ਸੀਗੇ। ਮੈਨੂੰ ਲੱਗਦਾ ਹੁੰਦਾ, ਮੈਂ ਅੱਜ ਹੀ ਸੁਬਹ ਪੜ੍ਹ ਰਿਹਾ ਸੀ ਜਦੋਂ, ਤਾਂ ਮੈਨੂੰ ਲੱਗਦਾ ਹੁੰਦਾ ਕਿ ਇਹ ਸਾਰਾ ਕੁਝ ਦੁਬਾਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਸ ਫਰਕ ਸਿਰਫ ਇੰਨਾ ਹੈ ਕਿ ਉਸ ਵਕਤ ਇਹ ਜਿਹੜਾ ਸਾਰਾ ਢਾਂਚਾ ਸੀ ਉਹ ਜਗੀਰਦਾਰੀ ਕਹਾਉਂਦਾ ਸੀ, ਹੁਣ ਇਹ ਸਰਮਾਏਦਾਰੀ ਹੈ, ਹੁਣ ਇਹ ਪੂੰਜੀਵਾਦ ਹੈ। ਉਦੋਂ ਇਹ ਫਿਊਡਲਿਜ਼ਮ ਸੀ, ਹੁਣ ਇਹ ਕੈਪੀਟਲਿਜ਼ਮ ਆ। ਗੱਲ ਉਹੀ ਆ, ਸਾਡੀ
ਕਿਸਾਨਾਂ ਦੀ ਜਿਹੜੀ ਲੁੱਟ ਹੈ ਉਹ ਉਸ ਤੋਂ ਵੀ ਵੱਧ ਖਤਰਨਾਕ ਤਰੀਕੇ ਨਾਲ ਹੋਊਗੀ। ਸਾਡੇ ਕਿਸਾਨਾਂ ਦੇ ਹੱਥ 'ਚ ਕੁਝ ਨਹੀਂ ਰਹਿਣਾ, ਉਹ ਆਪਣੀਆਂ ਜ਼ਮੀਨਾਂ ਤੇ ਸਿਰਫ ਮਜ਼ਦੂਰ ਬਣ ਕੇ ਰਹਿ ਜਾਣਗੇ, ਤੇ ਹੋ ਸਕਦਾ ਇੱਕ ਦਿਨ ਇਹ ਵੀ ਹੋਵੇ ਕਿ ਉਹਨਾਂ ਤੋਂ ਜ਼ਮੀਨਾਂ ਵੀ ਖੋਹ ਲਈਆਂ ਜਾਣ। ਇਸ ਕਰਕੇ ਹੀ ਸਾਡੇ ਜਿਹੜੇ ਕਿਸਾਨ ਨੇ ਉਹ ਇੰਨਾ ਵੱਡਾ ਸੰਘਰਸ਼ ਕਰ ਰਹੇ ਨੇ। ਜਾਂ ਬਹੁਤ ਹੀ ਖੂਬਸੂਰਤੀ ਦੇ ਨਾਲ ਲੇਮੈਨ ਲੈਂਗੁਏਜ ਦੇ ਵਿੱਚ, ਜਿਵੇਂ ਮੈਂ ਕਹਿੰਦੀ ਹਾਂ ਕਿ ਤੁਸੀਂ ਇਹ ਗੱਲ ਨੂੰ ਸਮਝਾਇਆ। ਅਮਰਦੀਪ ਜੀ, ਇੱਕ ਗੱਲ ਹੋਰ ਹੈ, ਮੈਂ ਇੱਕ ਗੱਲ ਤੋਂ ਬਹੁਤ ਜ਼ਿਆਦਾ ਹੈਰਾਨ ਹਾਂ ਕਿ ਡੈਮੋਕ੍ਰੇਸੀ ਦਾ ਪ੍ਰਦਰਸ਼ਨ ਕਿਵੇਂ ਇੱਕ ਇਤਿਹਾਸਿਕ ਅੰਦੋਲਨ, ਇੱਕ ਇਨਕਲਾਬ, ਇੱਕ ਕ੍ਰਾਂਤੀ ਬਣ ਗਿਆ। ਚਾਹੇ ਇਸ ਅੰਦੋਲਨ ਨੂੰ ਕਦੇ ਖਾਲਿਸਤਾਨੀ ਲਹਿਰ ਦੇ ਨਾਲ ਤੇ ਕਦੇ ਪਾਕਿਸਤਾਨ ਵੱਲੋਂ ਚੁੱਕ ਚੁਕਾਈ ਕਹਿ ਕੇ ਐਡਵਰਟਾਈਜ਼ ਕੀਤਾ ਜਾ ਰਿਹਾ ਹੈ, ਤੇ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਸਾਨਾਂ ਦੇ ਐਫਰਟਸ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਕਿਸਾਨ ਇੱਥੇ ਪੂਰੀ ਸਿਆਣਪ, ਤੇ ਸ਼ਾਇਦ ਆ ਸਿਆਣਪ ਵੀ ਉਹਨਾਂ ਨੂੰ ਇਹਨਾਂ ਵਰਗੇ ਪੋਲੀਟੀਸ਼ੀਅਨਸ ਨਹੀਂ ਦੇ ਦਿੱਤੀ ਲੱਗਦੀ ਹੈ, ਤੇ ਜ਼ਿੰਮੇਵਾਰੀ ਦੇ ਨਾਲ ਇਸ ਇਨਕਲਾਬ ਨੂੰ ਕਾਮਯਾਬ ਕਰਨ ਲਈ ਜਾਗਰੂਕ ਲੱਗ ਰਿਹਾ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਤੁਹਾਡੀ ਗੱਲ ਠੀਕ ਹੈ। ਗੱਲ ਅਸਲ 'ਚ ਇਹ ਹੁੰਦੀ ਆ ਕਿ ਕੋਈ ਵੀ ਅੰਦੋਲਨ ਜਦੋਂ ਉੱਠਦਾ ਉਹ ਇੱਕ ਦਿਨ ਦੇ ਵਿੱਚ ਨਹੀਂ ਉੱਠਦਾ। ਹਾਲਾਤ ਆ ਜਿਹੜੇ ਉਹ ਪੈਦਾ ਕੀਤੇ ਜਾਂਦੇ ਨੇ ਜਾਂ ਪੈਦਾ ਹੋ ਜਾਂਦੇ ਨੇ, ਜਾਂ ਜਿਹੜਾ ਸ਼ਾਸਕ ਵਰਗ ਹੁੰਦਾ, ਸਰਕਾਰ ਹੁੰਦੀ ਹੈ ਜਿਹੜਾ ਹੁਕਮਰਾਨ ਧਿਰ ਹੁੰਦੀ ਹੈ, ਜਿਹੜੀ ਸਰਕਾਰ ਚਲਾ ਰਹੀ ਹੁੰਦੀ ਹੈ, ਉਹਨੇ ਹਾਲਾਤ ਏਦਾਂ ਦੇ ਪੈਦਾ ਕੀਤੇ ਹੁੰਦੇ ਨੇ ਕਿ ਹੌਲੀ 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 ਲੋਕਾਂ ਦੇ ਅੰਦਰ ਜਿਹੜੀ ਧੁੱਖ ਦੀ ਚਿੰਗਾਰੀ ਆ ਉਹ ਇੱਕ ਦਿਨ ਭਾਂਬੜ ਬਣ ਜਾਂਦੀ। ਇੱਕ ਦਿਨ ਦੇ ਵਿੱਚ ਨਹੀਂ ਖੜੇ ਹੁੰਦੀਆਂ ਲਹਿਰਾਂ। ਇਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ। ਇਹ ਲਹਿਰ ਹੈ ਜਿਹੜੀ ਉਹ ਸਿਰਫ ਕਿਸਾਨੀ ਬਿਲੋਂਗ ਕਰਕੇ ਵੀ ਮੈਂ ਨਹੀਂ ਮੰਨਦਾ ਕਿ ਖੜੀ ਹੋਈ ਹੈ। ਇਹਦੇ ਪਿੱਛੇ ਬਹੁਤ ਲੰਮੇ ਸਮੇਂ ਦੇ ਕਾਰਨ ਨੇ। ਖਾਸ ਕਰਕੇ ਇਹਦਾ ਪੰਜਾਬ 'ਚ ਉੱਠਣਾ ਜਿਹੜਾ ਹੈਗਾ ਉਹ ਇੱਕ ਵੱਖਰੇ ਅਰਥ ਰੱਖਦਾ। ਇਹ ਭਾਰਤ ਦੇ ਕਿਸੇ ਹੋਰ ਕੋਨੇ 'ਚੋਂ ਉੱਠੀ ਹੁੰਦੀ ਤਾਂ ਉਹਦੇ ਵੱਖਰੇ ਅਰਥ ਹੋਣੇ ਸੀ, ਪਰ ਪੰਜਾਬ ਦੇ ਵਿੱਚੋਂ ਇਸ ਲਹਿਰ ਦਾ ਉੱਠਣਾ ਜਿਹੜਾ ਉਹ ਇੱਕ ਵੱਖਰੇ ਅਰਥ ਰੱਖਦਾ। ਕਿਉਂਕਿ ਤੁਸੀਂ ਦੇਖਿਆ ਹੋਣਾ, ਜਦੋਂ ਸਾਰਾ ਦੇਸ਼ ਆ ਜਿਹੜਾ ਉਹ ਇੱਕ ਪਾਸੇ ਤੁਲ ਜਾਂਦਾ, ਉਦੋਂ ਵੀ ਪੰਜਾਬ ਅੱਡ ਹਿੱਕ ਤਾਣ ਕੇ ਖੜਾ ਰਹਿੰਦਾ। ਪਹਿਲੀਆਂ ਸਰਕਾਰਾਂ ਦੇ ਖਿਲਾਫ ਵੀ ਏਦਾਂ ਹੀ ਸੀ, ਚਾਹੇ ਉਹ ਕਾਂਗਰਸ ਦੀ ਸਰਕਾਰ ਸੀ, ਇੰਦਰਾ ਗਾਂਧੀ ਸਾਰੀ ਦੇਸ਼ ਨੂੰ ਜਿੱਤ ਲੈਂਦੀ ਸੀ, ਪਰ ਉਹ ਪੰਜਾਬ ਨਹੀਂ ਜਿੱਤਿਆ ਗਿਆ। ਉਸੇ ਤਰ੍ਹਾਂ ਹੁਣ ਹੈ, ਮੋਦੀ ਸਰਕਾਰ ਦਾ ਸਾਰੇ ਕਿਤੇ ਉਹ ਵੱਧ ਗਿਣਤੀ ਦੇ ਵਿੱਚ ਉਹ ਕਾਬਜ਼ ਆ ਸਾਰੇ ਦੇਸ਼ ਤੇ, ਪਰ ਪੰਜਾਬ ਦੇ ਵਿੱਚ ਏਦਾਂ ਨਹੀਂ ਹੋ ਸਕਿਆ। ਹੋਰ ਵੀ ਬਹੁਤ ਸਾਰੀਆਂ ਇਸ ਕਿਸਮ ਦੀਆਂ ਲਹਿਰਾਂ ਹੁੰਦੀਆਂ ਨੇ, ਜਾਂ ਸਰਕਾਰ ਪੱਖੀ ਬਹੁਤ ਸਾਰੇ ਇਹੋ ਜਿਹੇ ਕੰਮ ਹੁੰਦੇ ਨੇ। ਹੁਕਮਰਾਨ ਧਿਰਾਂ ਬਹੁਤ ਸਾਰਾ ਕੁਛ ਇਹੋ ਜਿਹਾ ਕਰਦੀਆਂ ਨੇ ਜਿਹਦਾ ਹੋਰ ਕੋਈ ਜਵਾਬ ਨਹੀਂ ਦਿੰਦਾ, ਪਰ ਪੰਜਾਬ ਦਿੰਦਾ ਉਹਦਾ ਜਵਾਬ। ਸਾਡਾ ਇਤਿਹਾਸ ਆ, ਸਾਡਾ ਇਹ ਵਿਰਸਾ ਹੈ। ਇਹ ਸਿਕੰਦਰ ਦੇ ਵੇਲੇ ਤੋਂ ਆ, ਜਦੋਂ ਉਹ ਦੁਨੀਆ ਜਿੱਤਣ ਤੁਰਿਆ ਸੀ। ਇਹ ਹੁਣ ਵੀ ਜਿਹੜੀ ਇਹ ਗੱਲ ਆ ਇਹ ਬਹੁਤ ਸਮੇਂ ਤੋਂ ਚੱਲ ਰਹੀ ਸੀ। ਬਹੁਤ ਸਾਰੀਆਂ ਗੱਲਾਂ ਮੋਦੀ ਸਰਕਾਰ ਨੇ, ਜਿਹੜੀ ਅਜੋਕੀ ਸਰਕਾਰ ਹੈ, ਉਹਨੇ ਇਕੱਲੇ ਇਹ ਬਿੱਲ ਹੀ ਨਹੀਂ ਜਿਹੜੇ ਆ ਉਹ ਪਾਸ ਕੀਤੇ ਜਾਂ ਸਾਡੇ ਤੇ ਥੋਪੇ। ਉਹਨੇ ਹੋਰ ਵੀ ਬਹੁਤ ਸਾਰੀਆਂ ਗਲਤੀਆਂ ਕੀਤੀਆਂ। ਉਹਨੇ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਿਹੜੀਆਂ ਲੋਕ ਵਿਰੋਧੀ ਸੀ ਜਾਂ ਆਮ ਗਰੀਬ ਜਨਤਾ ਦੇ ਵਿਰੋਧ ਦੇ ਵਿੱਚ ਸੀ। ਚਾਹੇ ਉਹ ਨੋਟਬੰਦੀ ਹੈ, ਚਾਹੇ ਉਹ ਧਾਰਾ ਜਿਹੜੀ ਕਸ਼ਮੀਰ ਵਾਲੀ 307, ਜਾਂ ਹੋਰ ਇਸ ਕਿਸਮ ਦੇ ਬਹੁਤ ਸਾਰੇ ਕੰਮ ਜਿਹੜੇ ਸੀਗੇ, ਜਿਹੜੇ ਉਹਨੂੰ ਨਹੀਂ ਕਰਨੇ ਚਾਹੀਦੇ ਸੀ, ਜਾਂ ਜਿਹੜੇ ਉਹ ਕਰਨ ਖਾਤਰ ਹੀ ਸ਼ਾਇਦ ਉਹਨੂੰ ਕਰਨੇ ਚਾਹੀਦੇ ਸੀ ਕਿਉਂਕਿ ਉਹ ਕਰਨ ਖਾਤਰ ਹੀ ਸੱਤਾ ਦੇ ਵਿੱਚ ਆਈ ਸੀ, ਜਾਂ ਉਹਦੇ ਪਿੱਛੇ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਕਿ ਉਹ ਇਹ ਸਾਰੇ ਕੰਮ ਕਰੇ। ਪਰ ਪੰਜਾਬ ਆ ਜਿਹੜਾ ਉਹ ਇਨਕਾਰੀ ਹੋ ਜਾਂਦਾ ਇਹਨਾਂ ਸਾਰੀਆਂ ਗੱਲਾਂ ਨੂੰ ਮੰਨਣ ਤੋਂ। ਇਸ ਕਰਕੇ ਇਹ ਲਹਿਰ ਦਾ ਕਿਸਾਨੀ ਦੀ ਹੋਣਾ ਵੀ ਬਹੁਤ ਵੱਡੀ ਗੱਲ ਹੈ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਆਧਾਰ ਹੈ। ਜੇ ਇਹ ਲਹਿਰ ਹੈ ਜਿਹੜੀ ਉਹ ਕੋਈ ਬੇਰੁਜ਼ਗਾਰੀ ਦੀ ਹੁੰਦੀ, ਨੌਜਵਾਨਾਂ ਨਾਲ ਜੁੜੀ ਹੁੰਦੀ, ਜਾਂ ਜਿਸ ਤਰ੍ਹਾਂ ਪਹਿਲਾਂ ਆਪਾਂ ਦੇਖਦੇ ਰਹੇ ਹਾਂ ਬੇਰੁਜ਼ਗਾਰ ਅਧਿਆਪਕ ਯੂਨੀਅਨਾਂ ਦੀ ਹੁੰਦੀ, ਫਿਰ ਵੀ ਇਹਨੇ ਏਡਾ ਵੱਡਾ ਰੂਪ ਅਖਤਿਆਰ ਨਹੀਂ ਸੀ ਕਰਨਾ। ਇਹ ਇਸ ਕਰਕੇ ਵੱਡਾ ਰੂਪ ਅਖਤਿਆਰ ਕੀਤਾ ਕਿਉਂਕਿ ਇਹ ਕਿਸਾਨੀ ਨਾਲ ਜੁੜੀ ਹੈ, ਔਰ ਪੰਜਾਬ ਹੈ ਜਿਹੜਾ ਉਹ
ਕਿਸਾਨੀ ਨਾਲ ਜੁੜਿਆ ਹੋਇਆ। ਅਸੀਂ ਸਾਰੇ ਹੀ ਕੁਛ ਜ਼ਿਆਦਾਤਰ ਲੋਕ ਅਸੀਂ ਸਿੱਧੇ ਰੂਪ ਦੇ ਵਿੱਚ ਆਪਣੀਆਂ ਜ਼ਮੀਨਾਂ ਨਾਲ ਜੁੜੇ ਹਾਂ, ਬਾਕੀ ਲੋਕ ਅਸਿੱਧੇ ਰੂਪ ਦੇ ਵਿੱਚ ਜੁੜੇ ਨੇ। ਜਿਸ ਤਰ੍ਹਾਂ ਸਾਡੇ ਜਿਹੜੇ ਦੁਕਾਨਦਾਰ ਭਰਾ ਨੇ, ਉਹਨਾਂ ਦੀ ਜਿਹੜੀ ਸਾਰੀ ਜੋ ਵੀ ਉਹਨਾਂ ਦਾ ਬਿਜ਼ਨਸ ਆ, ਉਹ ਖੇਤੀ ਦੇ ਨਾਲ ਇਸ ਕਰਕੇ ਜੁੜਿਆ ਹੋਇਆ ਕਿ ਅਸੀਂ ਕੱਪੜੇ ਦੀਆਂ ਦੁਕਾਨਾਂ ਦੇਖ ਲਓ, ਚਾਹੇ ਹੋਰ ਦੁਕਾਨਾਂ ਦੇਖ ਲਓ, ਜਦੋਂ ਕਿਸਾਨ ਦੀ ਜ਼ਮੀਨ ਚੋਂ ਫਸਲ ਆਉਂਦੀ ਹੈ, ਉਹ ਫਸਲ ਵੇਚਦਾ, ਫਿਰ ਉਹ ਫਸਲ ਤੋਂ ਬਾਅਦ ਉਹ ਆਪਣੇ ਧੀਆਂ ਪੁੱਤਾਂ ਦੇ ਵਿਆਹ ਕਰਦਾ, ਤੇ ਉਹ ਧੀਆਂ ਪੁੱਤਾਂ ਦੇ ਵਿਆਹਾਂ ਵੇਲੇ ਜਿਹੜੀ ਉਹ ਖਰੀਦਦਾਰੀ ਕਰਦਾ, ਤਾਂ ਉਹ ਸਾਡੇ ਜਿਹੜੇ ਦੁਕਾਨਦਾਰ ਭਰਾ ਨੇ, ਚਾਹੇ ਉਹ ਹਿੰਦੂ ਨੇ, ਚਾਹੇ ਉਹ ਸਿੱਖ ਨੇ, ਉਹਨਾਂ ਦੀਆਂ ਦੁਕਾਨਾਂ ਤੋਂ ਉਹ ਖਰੀਦਦਾਰੀ ਕਰਦਾ। ਤਾਂ ਇਸ ਕਰਕੇ ਪੰਜਾਬ ਦੀ ਆਰਥਿਕਤਾ ਦਾ ਜਿਹੜਾ ਮੁੱਖ ਆਧਾਰ ਹੈ ਉਹ ਖੇਤੀ ਹੈ। ਔਰ ਖੇਤੀ ਸਾਡੇ ਇਕੱਲੀ ਆਰਥਿਕਤਾ ਦਾ ਹੀ ਮੁੱਖ ਆਧਾਰ ਨਹੀਂ ਗਾ, ਸਾਡੇ ਸੱਭਿਆਚਾਰ ਦਾ ਵੀ ਆਧਾਰ ਆ। ਸਾਡੇ ਧਰਮ ਦੇ ਵਿੱਚ ਵੀ ਖੇਤੀ ਦਾ ਇੱਕ ਬਹੁਤ ਵੱਡਾ ਮਹੱਤਵ ਆ। ਸਾਡੇ ਗੁਰੂ ਸਾਹਿਬ ਨੇ ਵੀ ਖੇਤੀ ਕੀਤੀ, ਅਸੀਂ ਇਹ ਗੱਲ ਸਾਰੇ ਹੀ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਸਾਰੀ ਜੋ ਲੋਕਾਈ ਨੂੰ ਸੁਨੇਹਾ ਦਿੰਦੇ ਹੋਏ, ਉਦਾਸੀਆਂ ਕਰਦੇ ਹੋਏ, ਆਖਰਕਾਰ ਉਹ ਕਰਤਾਰਪੁਰ ਆ ਕੇ ਵਸਦੇ ਆ ਤੇ ਉਹ ਖੇਤੀ ਕਰਦੇ ਆ। ਖੇਤੀ ਇੱਕ ਅਜਿਹਾ ਧੰਦਾ ਹੈ ਜਿਹੜਾ ਪੰਜਾਬ ਦੀ ਜਿਹੜੀ ਮਾਨਸਿਕਤਾ ਉਹਦੇ ਨਾਲ ਜੁੜਿਆ ਹੋਇਆ। ਮਤਲਬ ਅਸੀਂ ਪੰਜਾਬੀ ਕਿਤੇ ਵੀ ਜਾਈਏ ਤਾਂ ਸਾਨੂੰ ਇਹ ਲੱਗਦਾ ਹੁੰਦਾ ਕਿ ਹੋਰ ਜੇ ਕੋਈ ਕੰਮ ਨਹੀਂ ਮਿਲਦਾ ਤੇ ਚਲੋ ਜ਼ਮੀਨ ਠੇਕੇ ਤੇ ਲੈ ਕੇ ਆਪਾਂ ਖੇਤੀ ਕਰ ਲੈਂਦੇ ਹਾਂ। ਅਸੀਂ ਬਾਹਰ ਵੀ, ਜੇ ਸਾਡੇ ਜਿਹੜੇ ਭਰਾ ਨੇ NRI ਜਿਹਨਾਂ ਨੂੰ ਕਹਿੰਦੇ ਆ, ਉਹ ਬਾਹਰ ਜਾ ਕੇ ਵੀ ਖੇਤਾਂ ਦੇ ਵਿੱਚ ਕੰਮ ਕਰਦੇ ਨੇ। ਅਸੀਂ ਜ਼ਮੀਨ ਨਾਲ ਜੁੜੇ ਹੋਏ ਲੋਕ ਹਾਂ। ਇਸ ਕਰਕੇ, ਕਿਉਂਕਿ ਕਿਸਾਨ ਅੰਦੋਲਨ ਆ, ਜ਼ਮੀਨ ਨਾਲ ਜੁੜੇ ਲੋਕਾਂ ਦਾ ਅੰਦੋਲਨ ਆ, ਇਸ ਕਰਕੇ ਇਹਨੇ ਇੰਨੀ ਹੀ ਵੱਡੀ ਗਿਣਤੀ ਵਿੱਚ, ਇੰਨੇ ਹੀ ਵੱਡੇ ਰੂਪ ਦੇ ਵਿੱਚ ਉਹ ਉੱਠਣਾ ਸੀ। ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਰੂਪ 'ਚ ਉੱਠਿਆ। ਇੱਥੇ ਇੱਕ ਗੱਲ ਹੋਰ ਬਹੁਤ ਸਮਝਣ ਵਾਲੀ ਆ ਕਿ ਜਦੋਂ ਜਿਹੜਾ ਰਾਜ ਹੈ, ਜਿਹੜੀ ਹੁਕਮਰਾਨ ਧਿਰ ਆ, ਜਦੋਂ ਸਰਕਾਰਾਂ ਨੇ ਉਹ ਜਿੰਨੀਆਂ ਵੱਧ ਜ਼ਾਲਮ ਹੁੰਦੀਆਂ ਨੇ, ਲੋਕ ਸੰਘਰਸ਼ ਓਨੇ ਹੀ ਤਕੜੇ ਤੇ ਇਤਿਹਾਸਕ ਉੱਠਦੇ ਨੇ। ਬਿਊਟੀਫੁਲ, ਵੈਰੀ ਬਿਊਟੀਫੁਲ, ਵੈਰੀ ਬਿਊਟੀਫੁਲ। ਇਸੇ ਗੱਲ ਚੋਂ ਇੱਕ ਗੱਲ ਹੋਰ ਮੇਰੇ ਦਿਮਾਗ 'ਚ ਆਉਂਦੀ ਹੈ, ਤੇ ਇਹ ਗੱਲ ਸਰਕਾਰ ਦੇ ਕੰਨੀ ਪੈਣ ਵਾਲੀ ਹੈ। ਜਿਵੇਂ ਤੁਸੀਂ ਕਿਹਾ ਸੀ ਨਾ ਕਿ ਮੈਨੂੰ ਤੁਸੀਂ ਚੁਣਿਆ, ਇਹਦਾ ਰੀਜ਼ਨ ਆ ਵੀ ਹੈ ਕਿ ਜਿਹੜੀ ਗੱਲ ਤੁਸੀਂ ਕਹਿ ਸਕਦੇ ਹੋ ਉਹ ਸ਼ਾਇਦ ਕੁਝ ਹੋਰ ਲੋਕ ਨਹੀਂ ਕਹਿ ਸਕਦੇ। ਇੰਡੀਆ ਹਜੇ ਤੱਕ ਸੈਕੂਲਰ, ਇੱਕ ਧਰਮ ਨਿਰਪੇਖ ਦੇਸ਼ ਦੇ ਰੂਪ ਵਿੱਚ, ਜਾਂ ਕਹਿ ਲਓ ਕਿ ਦੁਨੀਆ ਦੇ ਸਭ ਤੋਂ ਵੱਡੇ ਡੈਮੋਕ੍ਰੈਟਿਕ ਦੇਸ਼ ਦੇ ਰੂਪ ਵਿੱਚ ਜਾਣਿਆ ਜਾਂਦਾ ਰਿਹਾ ਹੈ। ਪਰ ਹੁਣ ਇਹ ਲੱਗਦਾ ਹੈ ਕਿ ਜਿਹੜਾ ਇਨਕਲਾਬ ਆਇਆ ਹੈ, ਇਹ ਭਾਰਤ ਦੇ ਪੋਲੀਟੀਕਲ ਸਟਰਕਚਰ ਜਾਂ ਇਸ ਦੇ ਡੈਮੋਕ੍ਰੈਟਿਕ ਸਟਰਕਚਰ ਤੇ ਇੱਕ ਬਹੁਤ ਵੱਡੀ ਉਂਗਲ ਉਠਾ ਰਿਹਾ ਹੈ, ਬਹੁਤ ਵੱਡਾ ਸਵਾਲ ਪੈਦਾ ਕਰ ਰਿਹਾ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ, ਪਹਿਲਾਂ ਮੈਂ ਮਾਫੀ ਚਾਹੂੰਗਾ, ਇਨਕਲਾਬ ਆਇਆ ਨਹੀਂ ਗਾ ਹਲੇ। ਇੱਕ ਬਹੁਤ ਛੋਟੀ ਜੀ ਇੱਕ ਸ਼ੁਰੂਆਤ ਆ। ਇਨਕਲਾਬ ਬਹੁਤ ਵੱਡਾ ਸ਼ਬਦ ਹੈ, ਉਹਨੂੰ ਇਨਕਲਾਬ ਆਇਆ ਨਹੀਂ ਅਸੀਂ ਕਹਿ ਸਕਦੇ। ਇਨਕਲਾਬ ਵੱਲ ਨੂੰ ਜਾਂ ਇੱਕ ਬਦਲਾਅ ਵੱਲ ਨੂੰ ਕਦਮ ਹੈ, ਜਾਂ ਅੰਦੋਲਨ ਸ਼ੁਰੂ ਹੋ ਗਿਆ। ਉਹ ਅੰਦੋਲਨ ਜਿਹੜਾ ਹੈਗਾ ਉਹ ਇੱਕ ਉਹਦੀ ਸ਼ੁਰੂਆਤ ਹੈ। ਕਿਉਂਕਿ ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਕਿ ਇਕੱਲੀ ਜ਼ਮੀਨ ਦੀ ਗੱਲ ਨਹੀਂ ਗੀ, ਜਾਂ ਇਹ ਖੇਤੀ ਜਿਹੜੇ ਕਾਨੂੰਨ ਆ ਉਹਨਾਂ ਦੀ ਗੱਲ ਨਹੀਂ ਹੈ, ਸਾਡੀ ਹੋਂਦ ਦਾ ਮਸਲਾ ਹੈ। ਜਿਸ ਤਰੀਕੇ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਥੋਪਣਾ ਚਾਹੁੰਦੇ ਨੇ, ਉਹ ਸਾਡੀ ਜ਼ਮੀਨ ਤੇ, ਸਾਡੀ ਆਰਥਿਕਤਾ ਤੇ, ਸਾਡੇ ਸੱਭਿਆਚਾਰ ਤੇ, ਸਾਡੇ ਧਰਮ ਤੇ, ਸਾਡੇ ਰੋਜ਼ਾਨਾ ਜਿਹੜਾ ਸਾਡਾ ਰਹਿਣ ਸਹਿਣਾ, ਸਾਡੀ ਜੀਵਨ ਜਾਚ ਆ, ਉਹਦੇ ਤੇ ਉਹ ਬਹੁਤ ਵੱਡਾ ਹਮਲਾ ਹੈ। ਇੱਕ ਸਾਡੀ ਹੋਂਦ ਦਾ, ਸਾਡੀ ਪਛਾਣ ਦਾ ਹਮਲਾ, ਸਾਡੀ ਪਛਾਣ ਤੇ ਹਮਲਾ ਆ ਉਹ। ਇਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਆ, ਉਹ ਤੁਹਾਨੂੰ ਪਤਾ ਹੀ ਹੈ ਕਿ ਵੈਸੇ ਮੈਂ ਇਸ ਗੱਲ ਨੂੰ ਮੈਂ ਅੱਜ ਲਿਖਿਆ ਵੀ ਸੀਗਾ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਤਾਂ ਮੈਂ ਕਿਸੇ ਵੀ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਮੰਨਦਾ ਕਿ ਉਹ ਬਹੁਤ ਕੋਈ ਲੋਕ ਪੱਖੀ ਜਾਂ ਬਹੁਤ ਕੋਈ ਸੈਕੂਲਰ ਸਰਕਾਰ ਰਹੀ ਹੈ, ਚਾਹੇ ਉਹ ਕਿਸੇ ਵੀ ਪਾਰਟੀ ਦੀ ਹੋਵੇ। ਹਮੇਸ਼ਾ ਹੀ ਜਿਹੜੇ ਆ
ਲੋਕਾਂ ਨੂੰ ਦਬਾਇਆ ਜਾਂਦਾ ਰਿਹਾ, ਘੱਟ ਗਿਣਤੀਆਂ ਤੇ ਜਿਹੜੇ ਆ ਉਹ ਜ਼ੁਲਮ ਕੀਤੇ ਜਾਂਦੇ ਰਹੇ ਆ। ਬਹੁਤ ਕੁਛ ਜਿਹੜਾ ਹੈਗਾ ਉਹ ਗਲਤ ਕੀਤਾ ਜਾਂਦਾ ਰਿਹਾ, ਪਰ ਹੁਣ ਥੋੜਾ ਜਿਹਾ ਹੋਰ ਰੂਪ ਦੇ ਵਿੱਚ ਹੋ ਰਿਹਾ। ਫਰਕ ਕੋਈ ਨਹੀਂਗਾ। ਇਹ ਜਿਹੜਾ ਆਪਾਂ ਸੋ ਕਾਲਡ ਸੈਕੂਲਰ ਕਹਿੰਦੇ ਆ, ਇਹ ਸਾਰੀਆਂ ਗੱਲਾਂ ਕਹਿਣ ਦੀਆਂ ਨੇ ਜਦੋਂ ਇਹਨਾਂ ਨੂੰ ਤੁਸੀਂ ਆਮ ਲੋਕਾਂ ਦੇ ਪੱਧਰ ਤੇ ਜਦੋਂ ਦੇਖਦੇ ਆ, ਜਾਂ ਇਹ ਕਿਸ ਤਰ੍ਹਾਂ ਲਾਗੂ ਕੀਤੀਆਂ ਜਾਂਦੀਆਂ ਨੇ, ਜਾਂ ਕਿਸ ਤਰ੍ਹਾਂ ਇਹਨਾਂ ਗੱਲਾਂ ਦਾ ਜਾਂ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਉਹਨਾਂ ਦਾ ਜਦੋਂ ਆਮ ਲੋਕਾਂ ਤੇ ਪ੍ਰਭਾਵ ਪੈਂਦਾ ਤਾਂ ਉਹ ਹਮੇਸ਼ਾ ਹੀ ਬਹੁਤ ਮਾਰੂ ਰਿਹਾ। ਮੈਂ ਇਸ ਗੱਲ ਨੂੰ ਮੰਨਦਾ, ਔਰ ਮੈਂ ਚਾਹੂੰਗਾ ਕਿ ਤੁਸੀਂ ਵੀ ਇਸ ਸਾਰੀ ਗੱਲ ਨੂੰ ਇਸ ਤਰੀਕੇ ਨਾਲ ਨਾ ਦੇਖੋ ਕਿ ਪਹਿਲਾਂ ਬਹੁਤ ਸਾਰਾ ਕੁਝ ਚੰਗਾ ਸੀ ਤੇ ਹੁਣ ਜਿਹੜਾ ਹੈਗਾ ਉਹ ਮਾੜਾ ਹੋ ਗਿਆ। ਨਹੀਂ, ਮੇਰੇ ਕਹਿਣ ਦਾ ਮਤਲਬ ਇਹਦਾ ਮਾੜੇ ਦਾ ਜੋ ਹੋ ਰਿਹਾ, ਹਾਂਜੀ ਹਾਂ, ਜਿਹੜਾ ਮਾੜਾ ਹੋ ਰਿਹਾ ਉਹ ਜੀ ਇੱਕ ਮਿੰਟ, ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਕਹਿਣ ਦਾ ਮਤਲਬ ਹੈ ਕਿ ਦੁਨੀਆ ਦੇ ਜਿਵੇਂ ਵਰਲਡ ਮੈਪ ਤੇ ਜੇ ਦੇਖਿਆ ਜਾਵੇ ਤਾਂ ਕਿਹਾ ਜਾਂਦਾ ਹੈ ਕਿ ਭਾਰਤ ਸੈਕੂਲਰ ਦੇਸ਼ ਹੈ। ਭਾਰਤ ਦੀ ਡੈਮੋਕ੍ਰੇਸੀ ਜਿਹੜੀ ਹੈ ਉਹ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਮੈਂ ਇੱਕ ਵਰਲਡ ਲੈਵਲ ਦੀ ਗੱਲ ਕਰ ਰਹੀ ਹਾਂ ਕਿ ਜਦੋਂ ਦੀ ਜਿਹੜਾ ਇਹ ਵਾਲਾ ਅੰਦੋਲਨ ਆਇਆ, ਜਿਵੇਂ ਇੱਕ ਲੱਗਦਾ ਨਹੀਂ ਕਿ ਇਹ ਇੱਕ ਬਹੁਤ ਵੱਡਾ ਕਟਾਕਸ਼ ਹੈ ਸਾਡੇ, ਜਿਹੜਾ ਕੁਝ ਦੁਨੀਆ ਸਾਡੇ ਬਾਰੇ ਸੋਚ ਰਹੀ ਸੀ। ਬਿਲਕੁਲ ਬਿਲਕੁਲ ਉਹੀ ਗੱਲ ਮੈਂ ਕੀਤੀ ਨਾ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਅੰਦੋਲਨ ਉਦੋਂ ਹੀ ਵੱਡੇ ਹੁੰਦੇ ਨੇ, ਲੋਕ ਸੰਘਰਸ਼ ਉਦੋਂ ਵੱਡੇ ਹੁੰਦੇ ਨੇ ਜਦੋਂ ਸਰਕਾਰਾਂ ਨੇ ਜਿਹੜੀਆਂ ਉਹ ਵੱਧ ਜ਼ਾਲਮ ਹੁੰਦੀਆਂ ਨੇ, ਵੱਧ ਲੋਕ ਵਿਰੋਧੀ ਹੁੰਦੀਆਂ ਨੇ। ਕਿਉਂਕਿ ਜਿਹੜਾ ਵਿਰੋਧ ਆ ਲੋਕਾਂ ਦਾ ਉਹੀ ਅੰਦੋਲਨ ਖੜੇ ਕਰਦਾ। ਇਸ ਕਰਕੇ ਮੈਨੂੰ ਲੱਗਦਾ ਕਿ ਇੰਟਰਨੈਸ਼ਨਲ ਪੱਧਰ ਤੇ ਇਹ ਗੱਲ ਹਲੇ ਉਸ ਤਰੀਕੇ ਨਾਲ ਗਈ ਨਹੀਂ ਜਿਵੇਂ ਜਾਣੀ ਚਾਹੀਦੀ ਹੈ। ਤੁਸੀਂ ਬਾਹਰ ਬੈਠੇ ਹੋ, ਤੁਹਾਡੇ ਚੈਨਲ ਦੇ ਥਰੂ ਜਾਂ ਹੋਰ, ਮੈਂ ਤਾਂ ਪੰਜਾਬੀ 'ਚ ਗੱਲ ਕਰ ਰਿਹਾ, ਅੰਗਰੇਜ਼ੀ ਦੇ ਵਿੱਚ ਜਾਂ ਹੋਰ ਭਾਸ਼ਾਵਾਂ ਦੇ ਵਿੱਚ ਇਹ ਗੱਲ ਆ ਜਿਹੜੀ ਉਹ ਪੂਰੇ ਇੰਟਰਨੈਸ਼ਨਲ ਲੈਵਲ ਤੇ ਜਾਣੀ ਚਾਹੀਦੀ ਹੈ ਕਿ ਇਹ ਜਿਹੜਾ ਸਾਡੇ ਦੇਸ਼ ਦਾ ਇੱਕ ਬਿੰਬ ਬਣਿਆ ਹੋਇਆ ਜਾਂ ਇੱਕ ਪਛਾਣ ਬਣੀ ਵੀ ਆ, ਉਹਨੂੰ ਸਾਡੀਆਂ ਹੀ ਸਰਕਾਰਾਂ ਕਿਵੇਂ ਖੋਰਾ ਲਾ ਰਹੀਆਂ ਨੇ, ਸਾਡੀਆਂ ਹੀ ਸਰਕਾਰਾਂ ਕਿਸ ਕਿਸਮ ਦੇ ਜ਼ੁਲਮ ਕਰ ਰਹੀਆਂ ਨੇ ਲੋਕਾਂ ਤੇ। ਠੰਡ ਦਾ ਟਾਈਮ ਆ, ਹੁਣ ਤੁਸੀਂ ਦੇਖੋ 4 ਡਿਗਰੀ ਹਨਾ ਸੈਲਸੀਅਸ ਦਿੱਲੀ ਦੀ ਸਰਦੀ, ਉਹ ਤਾਂ ਵੈਸੇ ਗਾਣੇ ਬਣੇ ਹੋਏ, ਇੰਨੀ ਜ਼ਿਆਦਾ ਬਜ਼ੁਰਗ ਜਿਹੜੇ ਸਾਡੇ ਵਿਚਾਰੇ ਵੱਡੀ ਉਮਰ ਦੇ, ਮੇਰੇ ਵੀ ਗਾਹਾਂ ਪਿਓਾਂ ਦੀ ਉਮਰ ਦੇ ਆ ਜਿਹੜੇ, ਉਹ ਤੇ ਸਾਡੇ ਬੱਚੇ ਔਰਤਾਂ ਉੱਥੇ ਸੜਕਾਂ ਤੇ ਪਏ ਨੇ, ਤੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਜਾਂ ਸਾਡੇ ਲੀਡਰ ਨੇ ਉਹ ਆਰਾਮ ਨਾਲ ਆਪਣੇ ਜਿਹੜੇ ਹੀਟਰ ਲਾ ਕੇ ਆਪਣੇ ਕਮਰਿਆਂ ਦੇ ਵਿੱਚ ਬੈਠੇ ਨੇ, ਜਾਂ ਹੋਰ ਇਹੋ ਜਿਹੇ ਕੰਮ ਕਰਦੇ ਫਿਰਦੇ ਨੇ ਜਿਵੇਂ ਏਦਾਂ ਲੱਗਦਾ ਉਹਨਾਂ ਨੂੰ ਕੋਈ ਪਤਾ ਹੀ ਨਹੀਂਗਾ। ਉਹਨਾਂ ਦੇ ਘਰ ਤੋਂ ਜਾਂ ਉਹਨਾਂ ਦੇ ਮਹਿਲਾਂ ਤੋਂ 2-4 ਕਿਲੋਮੀਟਰ ਦੂਰ ਹੀ ਇਹ ਕਿਸਾਨ ਜਿਹੜੇ ਆ ਉਹ ਅੰਦੋਲਨ ਕਰ ਰਹੇ ਨੇ। ਸਾਡੇ ਦੇਸ਼ ਦਾ ਜਿਹੜਾ ਮੀਡੀਆ, ਸੋ ਕਾਲਡ ਮੀਡੀਆ, ਜਿਹਨੂੰ ਸਾਰੇ ਗੋਦੀ ਮੀਡੀਆ ਕਹਿੰਦੇ ਨੇ, ਉਹ ਉਹਨਾਂ ਦੇ ਹੱਕ 'ਚ ਭੁਗਤ ਰਿਹਾ ਔਰ ਕਿਸਾਨਾਂ ਦੇ ਖਿਲਾਫ ਭੁਗਤ ਰਿਹਾ। ਸੋਸ਼ਲ ਮੀਡੀਆ ਤੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। IT ਸੈੱਲ ਆ ਜਿਹੜੇ ਉਹ ਕਰੋੜਾਂ ਰੁਪਏ ਖਰਚ ਕੇ। ਦੂਜੇ ਪਾਸੇ ਜਿਹੜੀ ਸਰਕਾਰ ਆ ਉਹ ਸਾਡੀ ਭਾਸ਼ਾ 'ਚ ਆ ਗਈ, ਹੁਣ ਪੰਜਾਬੀ ਦੇ ਵਿੱਚ ਮੋਦੀ ਸਾਹਿਬ ਟਵੀਟ ਕਰਦੇ ਨੇ, ਪੰਜਾਬੀ ਅਖਬਾਰਾਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਕਿਸਾਨ ਬਿੱਲ ਨੇ ਜਿਹੜੇ ਉਹ ਬਹੁਤ ਵਧੀਆ ਨੇ। ਤੇ ਮੈਨੂੰ ਲੱਗਦਾ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਇੱਕ ਮੈਂ ਇਸ ਗੱਲ ਨੂੰ ਚੰਗਾ ਸਮਝਦਾ ਕਿ ਚਲੋ ਆਖਰਾ ਖੇਡ ਨੇ ਜਿਹਨੂੰ ਕਹਿੰਦੇ ਹੁੰਦੇ ਆ ਖਿੱਲਰ ਗਏ, ਤਾਂ ਪਤਾ ਤਾਂ ਲੱਗਿਆ ਨਾ ਵੀ ਗੱਲ ਅਸਲ 'ਚ ਹੈ ਕੀ ਸੀ। ਜਿਹਨੂੰ ਅਸੀਂ ਡੈਮੋਕ੍ਰੇਸੀ ਕਹਿੰਦੇ ਆ ਜਾਂ ਜਿਹਨੂੰ ਅਸੀਂ ਲੋਕਤੰਤਰ ਕਹਿੰਦੇ ਆ, ਇਹ ਅਸਲ ਦੇ ਵਿੱਚ ਇਹਦੀ ਅਸਲੀਅਤ ਕੀ ਆ, ਇਹਦੇ ਅੰਦਰ ਕੀ ਪਿਆ, ਜਿਹਨੂੰ ਕਹਿੰਦੇ ਹੁੰਦੇ ਆ ਕਿ ਬਿੱਲੀ ਥੈਲੇ ਤੋਂ ਬਾਹਰ ਆ ਗਈ। ਮੈਨੂੰ ਲੱਗਦਾ ਕਿ ਇਸ ਅੰਦੋਲਨ ਦੇ ਵਿੱਚ ਬਿੱਲੀ ਆ ਜਿਹੜੀ ਉਹ ਪੂਰੀ ਤਰ੍ਹਾਂ ਥੈਲਾ ਉਹਨੇ ਬਾਹਰ ਆ ਗਈ, ਔਰ ਲੋਕਾਂ ਨੂੰ ਇਹ ਗੱਲ ਪਤਾ ਲੱਗੂਗੀ ਵੀ ਕਿਹੜੇ ਅਸੀਂ ਲੋਕਤੰਤਰ ਦੀ ਜਾਂ ਕਿਹੜੇ ਵੋਟ ਤੰਤਰ ਦੀ ਅਸੀਂ ਗੱਲ ਕਰਦੇ ਸੀਗੇ, ਅਸਲ ਦੇ ਵਿੱਚ ਉਹਦੇ ਅੰਦਰ ਕੀ ਪਿਆ। ਜੀ ਅਮਰਦੀਪ ਜੀ, ਅੱਜ ਤੁਸੀਂ
ਆਗਾਜ਼ ਦਾ ਰਿਵਾਈਵਲ ਵਿਦ ਦੀਪ ਸ਼ਿਖਾ ਬਰਾੜ ਇਸ ਪੋਡਕਾਸਟ ਦੇ ਪਲੇਟਫਾਰਮ ਤੇ ਸਾਰੀ ਦੁਨੀਆ ਨੂੰ ਮੁਖਾਤਿਬ ਹੋ। ਕੀ ਕਹਿਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਜਿਹੜੇ ਕਿ ਫਾਰਮਰਸ ਨੂੰ ਸਪੋਰਟ ਕਰ ਰਹੇ ਨੇ, ਤੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਇਸ ਸਪੋਰਟ ਦੇ ਇਸ ਫਾਰਮਰਸ ਦੇ ਅਗੇਂਸਟ ਉਹਨਾਂ ਦੇ ਖਿਲਾਫ ਪ੍ਰੋਪੇਗੈਂਡਾ ਕਰ ਰਹੇ ਨੇ? ਦੇਖੋ ਜੀ, ਜਿਹੜੇ ਹੱਕ 'ਚ ਨੇ ਉਹ ਦੋ ਤਰੀਕੇ ਨਾਲ ਹੱਕ 'ਚ ਨੇ। ਇੱਕ ਤਾਂ ਉਹ ਸਾਰੀ ਗੱਲ ਨੂੰ ਸਮਝ ਕੇ ਹੱਕ 'ਚ ਨੇ, ਇੱਕ ਇਸ ਕਰਕੇ ਹੱਕ 'ਚ ਨੇ ਕਿ ਉਹਨਾਂ ਦੀ ਇੱਕ ਭਾਵੁਕਤਾ ਹੈ। ਉਹ ਖੁਦ ਕਿਸਾਨਾਂ ਦੇ ਪੁੱਤ ਨੇ, ਉਹ ਖੁਦ ਪਿੰਡਾਂ 'ਚੋਂ ਜੰਮੇ ਪਲੇ ਨੇ। ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਪੰਜਾਬੀ ਵੱਸਦੇ ਨੇ, ਉਹ ਉਹਨਾਂ 'ਚੋਂ ਬਹੁ ਗਿਣਤੀ ਉਹੀ ਹੁੰਦੀ ਹੈ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪਿੰਡ 'ਚ ਨਾਲ ਜੁੜੇ ਹੁੰਦੇ ਨੇ। ਉਹਨਾਂ ਦਾ ਕੋਈ ਜੱਦੀ ਪਿੰਡ ਹੁੰਦਾ, ਉਹਨਾਂ ਦੇ ਨਾਨਕੇ ਦਾਦਕੇ, ਹਨਾ, ਉਹ ਲੋਕ ਨੇ। ਉਹਨਾਂ ਦਾ ਹੁੰਗਾਰਾ ਬਹੁਤ ਹੀ ਜਿਹੜਾ ਹੈਗਾ ਉਹ ਉਤਸ਼ਾਹ ਵਰਧਕ ਹੈ, ਬਹੁਤ ਵਧੀਆ ਹੈ। ਮੈਂ ਰੋਜ਼, ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਨੇ ਸੋਸ਼ਲ ਮੀਡੀਆ ਤੇ ਵੀ, ਮੇਰੇ ਫੋਨ ਤੇ ਵੀ, ਮੈਨੂੰ ਪੁੱਛਦੇ ਨੇ, ਹਨਾ, ਤੇ ਮੇਰੇ ਨਾਲ ਗੱਲ ਕਰਦੇ ਨੇ। ਔਰ ਮੇਥੋਂ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਆਗੂ ਨੇ, ਉਹਨਾਂ ਦੇ ਫੋਨ ਨੰਬਰ ਮੰਗਦੇ ਨੇ, ਪੱਤਰਕਾਰਾਂ ਦੇ ਫੋਨ ਨੰਬਰ ਮੰਗਦੇ ਨੇ ਕਿ ਬਾਈ ਜੀ ਅਸੀਂ ਉਹਨਾਂ ਨਾਲ ਗੱਲ ਕਰਨੀ ਆ, ਜਾਂ ਅਸੀਂ ਉਹਨਾਂ ਦੀ ਕੋਈ ਮਦਦ ਕਰਨੀ ਆ। ਤੇ ਕਈ ਇਹੋ ਜਿਹੇ ਵੀ ਮੈਂ ਬਹੁਤ ਸਾਰੇ ਦੋਸਤ ਨੇ ਜਿਹੜੇ ਬਾਹਰ ਬੈਠੇ ਨੇ, ਉਹ ਆ ਗਏ ਇਸ ਵਕਤ ਇੰਡੀਆ, ਹਨਾ। ਤੇ ਹੋਰ ਵੀ ਬਹੁਤ ਸਾਰੇ ਨੇ ਜਿਹੜੇ ਪੰਜਾਬੀ ਨਹੀਂ, ਜਿਹੜੇ ਕਿਸਾਨ ਵੀ ਨਹੀਂ, ਪਰ ਉਹ ਕਿਸਾਨ ਅੰਦੋਲਨ ਦੇ ਹੱਕ 'ਚ ਨੇ, ਬੋਲ ਰਹੇ ਨੇ, ਪੱਤਰਕਾਰ ਨੇ, ਵਿਦਵਾਨ ਬੰਦੇ ਨੇ, ਔਰ ਬੁੱਧੀਜੀਵੀ ਨੇ, ਕਲਾਕਾਰ ਨੇ, ਹਨਾ। ਉਹ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ। ਜਿਹੜੇ ਨਹੀਂ ਕਰ ਰਹੇ, ਉਹ ਵੀ ਦੋ ਤਰ੍ਹਾਂ ਦੇ ਬੰਦੇ ਨੇ। ਇੱਕ ਤਾਂ ਉਹ ਨੇ ਜਿਹੜੇ ਪੇਡ ਨੇ, ਜਿਹੜਿਆਂ ਨੇ ਫੇਕ ਆਈਡੀਆਂ ਬਣਾ ਕੇ IT ਸੈੱਲ ਦੇ ਤਹਿਤ ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਾਂ ਪੱਤਰਕਾਰ ਨੇ, ਚੈਨਲ ਨੇ ਜਿਹੜੇ ਵਿਕੇ ਹੋਏ ਨੇ, ਉਹ ਇਹਦੇ ਖਿਲਾਫ ਬੋਲਦੇ ਨੇ। ਕਦੇ ਇਹਨੂੰ ਖਾਲਿਸਤਾਨੀ ਰੰਗਤ ਦਿੰਦੇ ਨੇ, ਕਦੇ ਇਹਨੂੰ ਪਾਕਿਸਤਾਨੀਆਂ ਦਾ ਪੈਦਾ ਕੀਤਾ ਜਾਂ ਚੀਨ ਦਾ ਪੈਦਾ ਕੀਤਾ ਹੋਇਆ ਅੰਦੋਲਨ ਦੱਸਦੇ ਨੇ। ਉਹ ਸਾਰੀਆਂ ਹਾਸੋਹੀਣੀਆਂ ਗੱਲਾਂ ਨੇ। ਮੈਂ ਉਹਨਾਂ ਦੇ ਬਾਰੇ ਕੋਈ ਬਹੁਤਾ ਧਿਆਨ ਨਹੀਂ ਦਿੰਦਾ ਹੁੰਦਾ। ਉਹ ਤਾਂ ਪਤਾ ਹੀ ਹੈ, ਉਹਨਾਂ ਦਾ ਕੰਮ ਹੀ ਇਹ ਆ। ਉਹਨਾਂ ਨੂੰ ਪੈਸੇ ਇਸ ਗੱਲ ਦੇ ਮਿਲਦੇ ਨੇ। ਉਹਨਾਂ ਨੇ ਜ਼ਮੀਰਾਂ ਵੇਚਤੀਆਂ, ਉਹਨਾਂ ਨੂੰ ਜ਼ਮੀਨਾਂ ਦਾ ਕੀ ਫਿਕਰ ਹੋਊਗਾ ਜਿਨ੍ਹਾਂ ਨੇ ਜ਼ਮੀਰਾਂ ਹੀ ਵੇਚਤੀਆਂ, ਉਹ ਵੀ ਕਿਸੇ ਦੀਆਂ ਜ਼ਮੀਨਾਂ ਦਾ। ਮੇਰੀ ਗੱਲ ਆ ਜਿਹੜੀ ਮੈਂ ਚਾਹੁੰਦਾ ਉਹਨਾਂ ਭਰਾਵਾਂ ਤੱਕ ਪਹੁੰਚਣੀ ਚਾਹੀਦੀ ਹੈ, ਜਿਹੜੇ ਚਾਹੇ ਸਿੱਖ ਨੇ, ਚਾਹੇ ਹਿੰਦੂ ਨੇ, ਜਿਹੜੇ ਇਸ ਸਰਕਾਰ ਦੇ ਅੰਧ ਭਗਤ ਨੇ, ਜਿਨ੍ਹਾਂ ਨੂੰ ਏਦਾਂ ਲੱਗਦਾ ਕਿ ਜੇ ਕਿਸਾਨ ਖਤਮ ਹੋ ਗਿਆ ਤਾਂ ਕੋਈ ਖਾਸ ਗੱਲ ਨਹੀਂ। ਜਿਹੜਾ ਇਹ ਰਾਸ਼ਟਰ ਹੈ, ਜਿਹਨੂੰ ਉਹ ਹਿੰਦੂ ਰਾਸ਼ਟਰ ਬਣਾਉਣ ਦੇ ਹੱਕ 'ਚ ਨੇ, ਜਾਂ ਸਰਕਾਰ ਜੋ ਕਰ ਰਹੀ ਹੈ, ਇਹ ਹੱਸਦਾ ਵਸਦਾ ਤੇ ਵਾਧਾ ਫੁੱਲਦਾ ਰਹੇ, ਬਾਕੀ ਕੋਈ ਗੱਲ ਨਹੀਂ। ਉਹਨਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਏਦਾਂ ਹੋਣਾ ਨਹੀਂ ਗਾ। ਜੇ ਕਿਸਾਨ ਖਤਮ ਹੋ ਗਿਆ, ਜੇ ਅੰਨਦਾਤਾ ਖਤਮ ਹੋ ਗਿਆ, ਤਾਂ ਜਿਵੇਂ ਤੁਸੀਂ ਸੋਚਦੇ ਹੋ ਉਵੇਂ ਕੁਝ ਵੀ ਨਹੀਂ ਹੋਣਾ। ਇਹ ਜੇ ਇੱਥੇ ਜਿਹੜੀ ਆ ਆਪਣੀ ਕਾਰਪੋਰੇਟ ਘਰਾਣੇ, ਉਦਯੋਗਿਕ ਘਰਾਣੇ, ਹਨਾ, ਜੋ ਕੁਛ ਇਹ ਕਰ ਰਹੇ ਨੇ, ਪਹਿਲਾਂ ਗੱਲ ਤਾਂ ਇਹਨੂੰ ਸਮਝਣ ਦੀ ਲੋੜ ਆ। ਅੱਜ ਮੈਂ ਫੇਸਬੁੱਕ ਤੇ ਵੀ ਲਿਖਿਆ ਸੀਗਾ ਕਿ ਇਹਨੂੰ ਬਹੁਤ ਸਮਝਣ ਦੀ ਲੋੜ ਆ। ਇਹ ਕਿਸੇ ਇੱਕ ਉਦਯੋਗਿਕ ਘਰਾਣੇ ਦੇ ਕਰਕੇ ਨਹੀਂ ਹੋ ਰਿਹਾ, ਜਾਂ 2-4 ਉਦਯੋਗਿਕ ਘਰਾਣਿਆਂ ਦੇ ਕਰਕੇ ਨਹੀਂ ਹੋ ਰਿਹਾ। ਇਹ ਇੱਕ ਐਸੀ ਸੋਚੀ ਸਮਝੀ ਗੱਲ ਆ ਜਿਹਦੇ ਵਿੱਚ ਉਦਯੋਗਿਕ ਘਰਾਣੇ ਵੀ ਬਹੁਤ ਜਿਹੜੇ ਆ ਉਹ ਛੋਟੀਆਂ ਇਕਾਈਆਂ ਰਹਿ ਜਾਂਦੇ ਨੇ। ਤੇ ਉਦਯੋਗਿਕ ਘਰਾਣਿਆਂ ਦੀਆਂ ਸਪਾਂਸਰ ਕੀਤੀਆਂ ਜਿਹੜੀਆਂ ਸਰਕਾਰਾਂ ਨੇ, ਉਹ ਤਾਂ ਹੋਰ ਵੀ ਛੋਟੀ ਇਕਾਈ ਦੇ ਵਿੱਚ ਮੰਨੀਆਂ ਜਾਣਗੀਆਂ। ਮੈਂ ਗੱਲ ਇਹ ਕਰ ਰਿਹਾ ਕਿ ਜੇ ਸਾਰਾ ਕੁਝ ਉਹਨਾਂ ਦੇ ਹੱਥ 'ਚ ਆਉਂਦਾ, ਤਾਂ ਜੇ ਮੈਂ ਦੁਕਾਨ ਤੇ ਲੈਣ ਜਾਣਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਆਖਣ ਕਿ ਤੇਰਾ ਨਾਂ ਕੀ ਹੈ, ਮੈਂ ਆਖਾਂ ਜੀ ਮੇਰਾ ਨਾਮ ਅਮਰਦੀਪ ਸਿੰਘ ਆ, ਤਾਂ ਆਖਣਗੇ ਜੀ ਇਹਨੂੰ ਜਿਹੜੀ ਆ ਚੀਜ਼ ਉਹ ਮਹਿੰਗੀ ਲਾਓ।
ਜੇ ਦੂਜਾ ਮੇਰਾ ਭਰਾ ਜਾਂਦਾ, ਉਹ ਆਖਦਾ ਕਿ ਮੇਰਾ ਨਾਂ ਰਮੇਸ਼ ਕੁਮਾਰ ਆ, ਤੇ ਉਹ ਆਖਣਗੇ ਅੱਛਾ ਇਹ ਰਮੇਸ਼ ਕੁਮਾਰ ਆ, ਇਹਨੂੰ ਸਸਤੀ ਲਾਓ। ਏਦਾਂ ਨਹੀਂ ਹੋਣਾ। ਜਾਂ ਉਹ ਇਹ ਆਖਣਗੇ ਕਿ ਇਹ ਅਮਰਦੀਪ ਸਿੰਘ ਆ, ਤੁਸੀਂ ਮੋਦੀ ਸਰਕਾਰ ਦੇ ਵਿਰੋਧੀ ਹੋ, ਮੈਂ ਕਹੂੰਗਾ ਹਾਂ, ਤਾਂ ਉਹ ਕਹਿਣਗੇ ਕਿ ਇਹਨੂੰ ਮਹਿੰਗੀ ਲਾਓ। ਤੇ ਜੇ ਦੂਜਾ ਜਾਊ, ਉਹ ਕਵੇ ਕਿ ਨਹੀਂ ਜੀ ਮੈਂ ਤਾਂ ਬੀਜੇਪੀ ਨੂੰ ਹੀ ਵੋਟ ਪਾਈ ਸੀ, ਤੇ ਉਹ ਕਹਿ ਦੇਣਗੇ ਕਿ ਇਹਨੂੰ ਸਸਤੀ ਲਾਓ। ਏਦਾਂ ਨਹੀਂ ਹੋਣਾ, ਕੁਛ ਨਹੀਂ ਏਦਾਂ ਹੋਣਾ। ਤੁਸੀਂ ਜ਼ਿਆਦਾ ਔਖੇ ਹੋਵੋਗੇ। ਤੁਹਾਨੂੰ ਨਹੀਂ ਪਤਾ ਕਿ ਆਉਣ ਵਾਲਾ ਕੱਲ ਹੈ ਜਿਹੜਾ, ਉਹ ਸਾਡਾ ਸਾਰਿਆਂ ਦਾ ਹੀ ਬਹੁਤ ਔਖਾ ਹੋਊਗਾ। ਉਹਦੇ ਚ ਅਸੀਂ ਵੀ ਉਵੇਂ ਹੀ ਹੋਵਾਂਗੇ, ਜ਼ਮੀਨਾਂ ਵਾਲੇ ਵੀ ਉਵੇਂ ਹੋਣਗੇ, ਬੇਜ਼ਮੀਨੇ ਵੀ ਉਵੇਂ ਹੋਣਗੇ। ਮੱਧ ਵਰਗ ਦਾ, ਨੇਮਨ ਵਰਗ ਦਾ ਕੀ ਹਾਲ ਹੋਊਗਾ, ਇਹ ਤੁਹਾਨੂੰ ਨਹੀਂ ਪਤਾ। ਇਸ ਗੱਲ ਨੂੰ ਇਸ ਕਰਕੇ ਨਾ ਸੋਚੋ ਕਿ ਚਲੋ ਕਿਸਾਨਾਂ ਦਾ ਹੀ ਬੁਰਾ ਹੋ ਰਿਹਾ, ਚੱਲ ਕੋਈ ਗੱਲ ਨਹੀਂ, ਜਾਂ ਇਹ ਸੋਚੋ ਕਿ ਸਿੱਖਾਂ ਦਾ ਹੀ ਬੁਰਾ ਹੋ ਰਿਹਾ, ਇਹ ਵੀ ਗੱਲ ਨਹੀਂ। ਕਿਉਂਕਿ ਜਿਹੜੀ ਸਰਮਾਏਦਾਰੀ ਆ, ਜਿਹੜਾ ਕੈਪੀਟਲਿਜ਼ਮ ਆ, ਉਹਦੇ ਲਈ ਕੋਈ ਧਰਮ, ਕੋਈ ਦੇਸ਼, ਕੋਈ ਜਾਤ, ਕੋਈ ਪਾਤ, ਕੋਈ ਮਾਇਨੇ ਨਹੀਂ ਰੱਖਦਾ। ਉਹਨੇ ਸਿਰਫ ਬਾਜ਼ਾਰ ਵੇਖਣਾ ਹੁੰਦਾ, ਔਰ ਬਾਜ਼ਾਰ ਦੇ ਵਿੱਚ ਆਪਣੀ ਵਸਤ ਵੇਚਣੀ ਹੁੰਦੀ ਹੈ, ਔਰ ਉਹ ਵਸਤ ਸਾਰਿਆਂ ਨੂੰ ਇੱਕੋ ਹੀ ਤਰੀਕੇ ਨਾਲ ਵੇਚੀ ਜਾਊਗੀ। ਜੇ ਹੁਣ ਲੋਕਡਾਊਨ ਹੋਇਆ ਤਾਂ ਸਾਡੇ ਜਿਹੜੇ ਬੀਜੇਪੀ ਦੇ ਸਪੋਰਟਰ ਹੈ, ਉਹਨਾਂ ਦੇ ਧੰਦੇ ਕਿਹੜਾ ਬੰਦ ਨਹੀਂ ਹੋਏ, ਉਹਨਾਂ ਨੂੰ ਕਿਹੜਾ ਆਰਥਿਕ ਤੰਗੀਆਂ ਨਹੀਂ ਆਈਆਂ। ਜਾਂ ਜਦੋਂ ਮੋਦੀ ਸਾਹਿਬ ਨੇ ਨੋਟਬੰਦੀ ਕੀਤੀ ਸੀ, ਉਦੋਂ ਉਹਨਾਂ ਨੇ ਇਹ ਥੋੜੀ ਕਿਹਾ ਕਿ 500 ਦੇ ਨੋਟ ਪੁਰਾਣੇ ਜਿਹੜੇ ਬੀਜੇਪੀ ਵਾਲਿਆਂ ਕੋਲੇ ਉਹ ਉਵੇਂ ਹੀ ਚੱਲਣਗੇ, ਬਾਕੀਆਂ ਦੇ ਆ ਜਿਹੜੇ ਉਹ ਜ਼ਬਤ ਕਰ ਲਏ ਜਾਣਗੇ। ਇਦਾਂ ਦਾ ਕੁਝ ਨਹੀਂ ਹੁੰਦਾ। ਇਹ ਬੜੀ ਸਧਾਰਨ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ। ਮੈਨੂੰ ਸਮਝ ਨਹੀਂ ਆਉਂਦੀ ਕਿ ਤੁਹਾਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ। ਇਹ ਇੱਕ ਐਸੀ ਗੱਲ ਆ ਕਿ ਕਿਸਾਨ ਅੰਦੋਲਨ ਦਾ ਤੁਹਾਨੂੰ ਸਾਥ ਦੇਣਾ ਚਾਹੀਦਾ। ਕਿਉਂਕਿ ਮੈਂ ਅੱਜ ਹੀ ਪੜ੍ਹ ਰਿਹਾ ਸੀਗਾ, ਕਿਸੇ ਵਿਦਵਾਨ ਬੰਦੇ ਨੇ ਕਿਹਾ ਸੀ ਕਿ ਇਹ ਆਖਰੀ ਮੌਕਾ ਹੈ ਇਸ ਸਿਸਟਮ ਨੂੰ ਜਵਾਬ ਦੇਣ ਦਾ, ਇਸ ਸਿਸਟਮ ਦੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ, ਇਸ ਸਿਸਟਮ ਨੂੰ ਬਦਲਣ ਦਾ, ਕਿ ਕਿਸਾਨਾਂ ਦੇ ਸੰਘਰਸ਼ ਦਾ ਸਾਥ ਦਿਓ। ਅਗਰ ਇਹ ਸੰਘਰਸ਼ ਰੱਬ ਨਾ ਕਰੇ ਨਾ ਕਾਮਯਾਬ ਰਿਹਾ ਤਾਂ ਦਹਾਕਿਆਂ ਤੱਕ ਇਹੋ ਜਿਹਾ ਸੰਘਰਸ਼ ਦੁਬਾਰਾ ਨਹੀਂ ਖੜਾ ਹੋਣਾ। ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਔਰ ਅਗਰ ਇਹੋ ਜਿਹਾ ਸੰਘਰਸ਼ ਫੇਲ ਹੁੰਦਾ ਤਾਂ ਸਮੁੱਚੀ ਮਾਨਵਤਾ ਫੇਲ ਹੁੰਦੀ ਆ, ਮਨੁੱਖਤਾ ਫੇਲ ਹੁੰਦੀ ਆ। ਬਿਲਕੁਲ ਠੀਕ। ਸਾਡੀ ਸਭ ਦਾ ਨੁਕਸਾਨ ਆ ਇਹਦੇ ਵਿੱਚ ਜੀ। ਤੇ ਹੁਣ ਜਾਂਦੇ ਜਾਂਦੇ ਇੱਕ ਤੁਹਾਡੀ ਨਜ਼ਮ ਹੋ ਜਾਏ। ਮੈਨੂੰ ਪਤਾ ਕਿ ਤੁਸੀਂ ਕਿਤੇ ਪਹੁੰਚਣਾ ਹੈ ਤੇ ਗੱਲਬਾਤ ਥੋੜੀ ਜਿਹੀ ਲੰਬੀ ਵੀ ਹੋ ਰਹੀ ਹੈ। ਜਾਂਦੇ ਜਾਂਦੇ ਇੱਕ ਤੁਹਾਡੀ ਛੋਟੀ ਜਿਹੀ ਨਜ਼ਮ ਹੋ ਜਾਏ। ਮੈਂ ਪਹਿਲਾਂ ਉਹੀ ਗੱਲ ਕਰ ਰਿਹਾ ਸੀਗਾ ਕਿ ਗੱਲ ਆ ਨਾ ਜਿਹੜੀ, ਉਹ ਪੂਰਾ ਜਿਹੜਾ ਸਿਸਟਮ ਆ, ਉਹ ਮੈਂ ਚਾਹੇ ਕਿਤੇ ਬੈਠ ਕੇ ਬੋਲ ਰਿਹਾ, ਤੁਸੀਂ ਚਾਹੇ ਕਿਤੇ ਬੈਠ ਕੇ ਸੁਣ ਰਹੇ ਹੋ ਜਾਂ ਗੱਲ ਕਰ ਰਹੇ ਹੋ, ਜਾਂ ਕੱਲ ਨੂੰ ਕਿਤੇ ਵੀ ਬੈਠੇ ਮੇਰੇ ਬੱਚੇ, ਭਰਾ, ਭੈਣਾਂ, ਬਜ਼ੁਰਗ ਸਾਡੇ ਕਿਤੇ ਵੀ ਸੁਣਨਗੇ, ਹਰ ਕੋਈ ਆਪਣੇ ਆਪ ਨੂੰ ਇਸ ਜਿਹੜਾ ਅੰਦੋਲਨ ਆ ਉਹਦੇ ਵਿੱਚ ਸ਼ਾਮਲ ਸਮਝਦਾ, ਜਿਹਦੇ ਅੰਦਰ ਦਿਲ ਧੜਕਦਾ, ਜਿਹਦੇ ਅੰਦਰ ਜਜ਼ਬਾਤ ਨੇ, ਜਿਹਦੇ ਅੰਦਰ ਇਮੋਸ਼ਨ ਨੇ। ਕਿਉਂਕਿ ਅੱਜ ਹਲੇ ਇਹ ਸ਼ੁਰੂ ਆ ਤਾਂ ਕਿਉਂਕਿ ਇਹ ਆਉਣ ਵਾਲੇ ਟਾਈਮ ਦੇ ਵਿੱਚ ਪੂਰੀ ਦੁਨੀਆ ਦਾ ਇੱਕ ਹੀ ਸੰਘਰਸ਼ ਬਣ ਜਾਣਾ। ਕਿਉਂਕਿ ਪੂਰੀ ਦੁਨੀਆ ਨਿਊ ਵਰਲਡ ਆਰਡਰ ਦੇ ਤਹਿਤ ਜਿਹੜੀ ਉਹ ਬਦਲਣ ਜਾ ਰਹੀ ਆ, ਜਾਂ ਉਹਨੂੰ ਬਦਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਇੱਕ ਸਰਕਾਰ, ਨਿਊ ਵਰਲਡ ਆਰਡਰ ਹੁੰਦਾ, ਇੱਕ ਸਰਕਾਰ, ਇੱਕ ਕਰੰਸੀ, ਇੱਕ ਧਰਮ, ਉਹੀ ਚੰਦ ਲੋਕ ਆ ਜਿਹੜੇ ਉਹ ਪੂਰੀ ਦੁਨੀਆ ਤੇ ਰਾਜ ਕਰਨਗੇ। ਇਸ ਕਰਕੇ ਸਾਰੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਵੀ ਇੱਕ ਹੋ ਜਾਣਗੀਆਂ। ਹੁਣ ਵੀ ਇੱਕ ਨੇ, ਪਰ ਉਹਨਾਂ ਨੂੰ ਲੱਗਦੀਆਂ ਨਹੀਂ। ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਹੋਰ ਚੰਗੀ ਤਰ੍ਹਾਂ ਇਹ ਗੱਲ ਸਮਝ ਆਊਗੀ। ਤੇ ਸਾਡੇ ਪੰਜਾਬੀ, ਕਿਉਂਕਿ ਮੈਂ ਪੰਜਾਬੀ ਦੀਆਂ 4 ਲਾਈਨਾਂ ਨੇ ਕਿ ਤੁਸੀਂ ਸਾਰੇ ਜਿੱਥੇ ਵੀ ਬੈਠੇ ਹੋ, ਤਾਂ ਮੈਂ ਕੱਲ ਪਰਸੋਂ ਹੀ ਲਿਖ ਕੇ ਪਾਇਆ ਸੀ ਕਿ ਕਿਸਾਨਾਂ ਨੂੰ ਮੈਂ ਕਹਿ ਰਿਹਾ, ਕਿਉਂਕਿ ਮੈਂ ਵੀ ਇਸ ਵਕਤ ਬੰਬੇ, ਮੁੰਬਈ ਬੈਠਾ, ਤੇ ਪਰ ਪੰਜਾਬ ਦੇ ਉਸ ਅੰਦੋਲਨ ਦੇ ਨਾਲ ਮੈਂ ਜੁੜਿਆ ਹੋਇਆ। ਮੈਂ ਕਿਸੇ ਆਪ ਦੀ ਮਜਬੂਰੀ ਕਰਕੇ
ਕਿਸੇ ਕੰਮ ਕਰਕੇ ਇੱਥੇ ਬੈਠਾ ਤੇ ਤੁਸੀਂ ਵੀ ਸਾਰੇ ਜਿੱਥੇ ਬੈਠੇ ਹੋ ਇਹ ਤੁਹਾਡੇ ਹੀ ਜਜ਼ਬਾਤਾਂ ਦੀ ਤਰਜਮਾਨੀ ਹੈ। ਉਹ ਹੈ ਕਿ ਕਿਸਾਨਾਂ ਨੂੰ ਅਸੀਂ ਕਹਿ ਰਹੇ ਹਾਂ, ਸੰਘਰਸ਼ ਕਰ ਰਹੇ ਲੋਕਾਂ ਨੂੰ ਕਹਿ ਰਹੇ ਹਾਂ ਕਿ ਹੋ ਸਕਦਾ ਹੈ ਮੈਂ ਤੁਹਾਨੂੰ ਜਾਣਦਾ ਨਾ ਹੋਵਾਂ, ਹੋ ਸਕਦਾ ਹੈ ਮੈਂ ਤੁਹਾਨੂੰ ਜਾਣਦਾ ਨਾ ਹੋਵਾਂ, ਪਰ ਇਹ ਤਾਂ ਨਹੀਂ ਕਿ ਪਛਾਣਦਾ ਨਾ ਹੋਵਾਂ। ਹੋ ਸਕਦਾ ਹੈ ਮੈਂ ਤੁਹਾਨੂੰ ਜਾਣਦਾ ਨਾ ਹੋਵਾਂ, ਪਰ ਇਹ ਤਾਂ ਨਹੀਂ ਕਿ ਪਛਾਣਦਾ ਨਾ ਹੋਵਾਂ। ਮੈਂ ਜਿੱਥੇ ਵੀ ਹਾਂ ਤੁਹਾਡੇ ਹੱਕ 'ਚ ਖੜਾ ਹਾਂ, ਬੇਸ਼ੱਕ ਤੁਹਾਡੇ ਜਜ਼ਬੇ ਦੇ ਹਾਣ ਦਾ ਨਾ ਹੋਵਾਂ। ਬਹੁਤ ਅੱਛੇ, ਬਹੁਤ ਅੱਛੇ। ਇਸ ਕਰਕੇ ਅਸੀਂ ਸਾਰੇ ਹੀ ਉਸ ਲੋਕ ਸੰਘਰਸ਼ ਨੂੰ ਸਮਰਪਿਤ ਹਾਂ, ਜਿੱਥੇ ਵੀ ਬੈਠੇ ਹਾਂ। ਆਪਣੀ ਆਪਣੀ ਜਿਹੜੀ ਔਕਾਤ ਮੁਤਾਬਕ ਆਪਣੇ ਜੋ ਸਾਡੀ ਜਿਸ ਤਰ੍ਹਾਂ ਵੀ ਅਸੀਂ ਮਤਲਬ ਉਹਨਾਂ ਦਾ ਸਾਥ ਦੇ ਸਕਦੇ ਹਾਂ ਉਵੇਂ ਦੇ ਰਹੇ ਹਾਂ। ਥੈਂਕ ਯੂ ਅਮਰਦੀਪ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਕੱਢਣ ਲਈ ਤੇ ਮੇਰੇ ਪੋਡਕਾਸਟ ਦੇ ਵਿੱਚ ਪਲੇਠੇ ਗੈਸਟ ਬਣਨ ਲਈ ਬਹੁਤ ਬਹੁਤ ਸ਼ੁਕਰੀਆ। ਗੁੱਡ ਨਾਈਟ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੀ ਹਾਂ ਕਿ ਤੁਸੀਂ ਅਮਰਦੀਪ ਸਿੰਘ ਗਿੱਲ ਹੋਰਾਂ ਦੇ ਨਾਲ ਅੱਜ ਦੀ ਇਹ ਗੱਲਬਾਤ ਪਸੰਦ ਕੀਤੀ ਹੋਣੀ ਹੈ। ਆਪਣੀ ਫੀਡਬੈਕ ਦੇਣਾ ਨਹੀਂ ਭੁੱਲਣਾ। ਅੱਜ December 24th, ਕ੍ਰਿਸਮਸ ਈਵ। ਸਾਰੀ ਦੁਨੀਆ ਵਿੱਚ ਹੌਲੀਡੇ ਸੈਲੀਬ੍ਰੇਸ਼ਨਸ ਅਸੀਂ ਲੋਕਡਾਊਨ ਸਿਚੁਏਸ਼ਨ ਵਿੱਚ ਮਨਾ ਰਹੇ ਹਾਂ, ਥੈਂਕਸ ਟੂ ਕਰੋਨਾ। ਖੈਰ, we are hoping for the better days ahead. So stay safe and enjoy holiday time with your family. And yes, do not forget that always trust the timing of your life. See you next week. Bye.